चढ़ी हर वेले रहे तेरे नाम दी खुमारी। ना ही रस ना मेरी चों गल निकले कोई माड़ी। सदा अंग संग होवी तू कदे ना मुख वट्टी। तेरा करदा रहा मैं शुकराने जोगा रखी। तेरा करदा रहा मैं शुकराने जोगा रखी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਤੁਹਾਡਾ ਆਪਣਾ ਅਨਮੋਲ ਬਜਾਜ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੀ ਆਪਣੀ ਅਕੈਡਮੀ ਕ੍ਰੀਏਟਰ ਅਕੈਡਮੀ ਆਫ ਮੈਥਮੈਟਿਕਸ 'ਚ। ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਜੀ ਪੰਜਾਬ ਪਟਵਾਰੀ ਦੀ ਕੁਆਂਟ ਕਲਾਸਿਸ ਦਾ ਲੈਕਚਰ ਨੰਬਰ 5। ਠੀਕ ਹੈ ਜੀ। ਤੇ ਇਹ ਅੱਜ ਦਾ ਲੈਕਚਰ ਬੜਾ ਹੀ ਸਪੈਸ਼ਲ ਲੈਕਚਰ ਹੈ ਤੁਹਾਡੇ ਵਾਸਤੇ। ਮੈਂਸੂਰੇਸ਼ਨ ਦੇ ਰਾਜੇ ਆਪਾਂ ਸਪੈਸ਼ਲ ਕੇਸ ਕਰਾਂਗੇ, ਸਪੈਸ਼ਲ ਕੇਸ। ਠੀਕ ਹੈ, ਜਿਨ੍ਹਾਂ ਦੇ ਆਉਣ ਦੇ ਬਹੁਤ ਜ਼ਿਆਦਾ ਚਾਂਸ ਨੇ ਯਾਰ, 99% ਆਉਣ ਦੇ ਚਾਂਸ ਹੈਗੇ ਜੀ। ਤਾਂ ਇੱਕ ਇੱਕ ਕਰਕੇ ਡਿਸਕਸ ਕਰਨੇ ਆ ਜੀ। ਉਸ ਤੋਂ ਪਹਿਲਾਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੋਟੀਵੇਸ਼ਨਲ ਲਾਈਨਸ ਤਾਂ ਬੰਦੀਆਂ ਨੇ ਜੀ, ਹਨਾ। ਇਨ ਆਰਡਰ ਟੂ ਸਕਸੀਡ your desire for success should be greater than your fear of failure। ਵੀ ਇਹ ਕਹਿ ਰਿਹਾ ਹੈ ਭਾਈ ਸਾਹਿਬ, ਇਹ ਭਾਈ ਸਾਹਿਬ ਕਹਿ ਰਹੇ ਨੇ ਵੀ ਜਿਹੜਾ ਤੁਹਾਡਾ ਨਾ ਡਿਜ਼ਾਇਰ ਹੈ, ਠੀਕ ਹੈ ਜੀ, ਕਾਦੀ ਡਿਜ਼ਾਇਰ ਬਈ? ਸਕਸੈਸ ਦੀ। ਉਹ ਹੋਣੀ ਚਾਹੀਦੀ ਹੈ ਵੱਡੀ, ਠੀਕ ਹੈ, ਤੁਹਾਡੇ ਫੀਅਰ ਤੋਂ। ਕਾਦਾ ਫੀਅਰ? ਵੀ ਫੇਲੀਅਰ ਦਾ। ਠੀਕ ਹੈ, ਫਿਰ ਹੀ ਤੁਸੀਂ ਕੀ ਕਰ ਸਕਦੇ ਹੋ? ਸਕਸੀਡ। ਇਸ ਚੀਜ਼ ਨੂੰ, ਆਦੀ ਇੱਛਾ ਸ਼ਕਤੀ ਨੂੰ, ਸਕਸੈਸ ਦੀ ਇੱਛਾ ਸ਼ਕਤੀ ਜੋ ਹੈਗੀ ਤੁਹਾਡੀ, ਵਿਲ ਪਾਵਰ ਹੈ, ਡਿਜ਼ਾਇਰ ਜੋ ਹੈ, ਉਸ ਨੂੰ ਆਦੇ ਡਰ, ਫੇਲੀਅਰ ਦੇ ਡਰ ਤੋਂ ਵੱਡਾ ਹੀ ਰੱਖਣਾ ਅਗਰ ਤੁਸੀਂ ਜ਼ਿੰਦਗੀ 'ਚ ਸਕਸੈਸਫੁਲ ਹੋਣਾ ਚਾਹੁੰਦੇ ਹੋ। ਠੀਕ, ਦੇਖੋ ਰਾਜੇ, ਅਗਰ ਇਸ ਤਰ੍ਹਾਂ ਦਾ ਕੇਸ ਆ ਜੇ, ਅਗਰ ਇੱਕ ਪਾਥਵੇ ਹੈਗਾ ਅਕ੍ਰੋਸ ਰੈਕਟੈਂਗਲ, ਠੀਕ ਹੈ, ਆ ਜੋ ਸ਼ੇਡਡ ਪੋਰਸ਼ਨ ਤੁਸੀਂ ਵੇਖ ਰਹੇ ਹੋ, ਠੀਕ ਹੈ, ਇਸ x ਦੀ ਜਗ੍ਹਾ ਤੇ ਇਸ ਨੂੰ ਮੈਂ ਰਾਜੇ p ਲਿਖਾਂਗਾ। ਠੀਕ ਹੈ ਜੀ, ਇਸ ਨੂੰ ਆਪਾਂ p ਲਿਖਾਂਗੇ। ਦੇਖੋ ਕਈ ਵਾਰੀ ਕੀ ਹੁੰਦਾ ਵੀ ਪਾਰਕ ਵਿੱਚ, ਠੀਕ ਹੈ ਜੀ, ਪਾਰਕ ਵਿੱਚ ਜਿੱਥੋਂ ਲੰਘਣਾ ਹੁੰਦਾ ਨਾ ਵਿੱਚੋਂ ਵਿੱਚ, ਉੱਥੇ ਲੋਨ ਬਣਾਇਆ ਹੁੰਦਾ ਰਾਜੇ। ਠੀਕ ਹੈ ਜੀ, ਉੱਥੇ ਕੀ ਬਣਾਇਆ ਹੁੰਦਾ? ਲੋਨ। ਤੇ ਆ ਜਿਹੜਾ ਲੋਨ ਹੈਗਾ ਨਾ ਰਾਜੇ, ਜਿੱਥੇ ਤੁਸੀਂ ਲੰਘਣਾ ਹੈ ਉੱਥੇ, ਇੱਥੇ ਆ ਸਾਰਾ ਲੋਨ ਬਣਿਆ ਹੈ, ਇੱਥੇ ਗ੍ਰਾਸ ਲੱਗੀ ਹੋਈ ਹੈ। ਠੀਕ ਹੈ, ਕਿੰਨੀ ਲੈਂਥ ਹੈ ਇਸ ਦੀ? ਕਿੰਨੀ ਲੈਂਥ ਹੈ? p। ਕਿੰਨੀ ਲੈਂਥ ਹੈ ਜੀ? p ਲੈਂਥ ਹੈਗੀ। ਆ ਲੈਂਥ ਤੁਹਾਨੂੰ ਦਿੱਤੀ ਹੋਈ ਹੈ ਜੀ p। ਠੀਕ ਹੈ, ਤਾਂ ਤੁਹਾਨੂੰ ਕਹਿ ਰਿਹਾ ਜੀ ਏਰੀਆ ਕੱਢ ਦੋ, ਏਰੀਆ ਆਫ ਦਿਸ ਪਾਥ ਕੱਢ ਦੋ। ਤਾਂ ਕਿਵੇਂ ਕੱਢੋਗੇ ਰਾਜੇ? ਪਹਿਲਾਂ ਤੁਹਾਨੂੰ ਟ੍ਰਿਕ ਦੱਸਣਾ, ਤੁਹਾਨੂੰ ਯਾਦ ਕਰਨ ਦੀ ਇੱਕ ਟ੍ਰਿਕ ਦੱਸਣਾ। ਠੀਕ ਹੈ ਜੀ, ਏਰੀਆ ਦੀ ਟ੍ਰਿਕ ਕੀ ਹੈਗੀ ਹੈ? ਜਦੋਂ ਅਕ੍ਰੋਸ ਵਾਲਾ ਕੇਸ ਆਵੇਗਾ, ਟ੍ਰਿਕ ਯਾਦ ਕਰਿਓ ਵੀ। ਠੀਕ ਹੈ ਜੀ, ਅਕ੍ਰੋਸ ਵਾਲੇ ਕੇਸ ਵਿੱਚ ਏਰੀਆ ਕਿਸ ਦੇ ਇਕੁਅਲ ਹੋਏਗਾ? ਰਾਣੀ ਲక్ష్ਮੀ ਬਾਈ ਜੀ ਦਾ ਨਾਮ ਸੁਣਿਆ ਹੋਣਾ ਤੁਸੀਂ, ਰਾਣੀ ਲక్ష్ਮੀ ਬਾਈ ਜੀ। ਤਾਂ L ਦਾ ਮਤਲਬ ਲక్ష్ਮੀ, B ਦਾ ਮਤਲਬ ਬਾਈ। ਠੀਕ, ਤਾਂ ਅਕ੍ਰੋਸ ਵਿੱਚ ਕੀ ਹੁੰਦਾ? ਜਦੋਂ ਲక్ష్ਮੀ ਬਾਈ ਜੀ ਦੀ ਲੜਾਈ ਵਾਸਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਜੋ ਉਹਨਾਂ ਨੇ ਇੱਕ ਆਪਣੀ ਮਹੱਤਵਪੂਰਨ ਲੜਾਈ ਲੜੀ ਸੀ, ਉਹਨਾਂ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਤਾਂ ਲక్ష్ਮੀ ਬਾਈ ਜੀ ਦੇ ਅਕ੍ਰੋਸ ਦੀ, ਜਦੋਂ ਅਕ੍ਰੋਸ ਵਾਲਾ ਕੇਸ ਹੋਏਗਾ ਤਾਂ ਲక్ష్ਮੀ ਬਾਈ ਜੀ ਕੀ ਕਰਦੇ ਸੀ? ਇੱਕ ਪਰਸਨ, ਠੀਕ ਹੈ, ਇੱਕ ਆਦੇ ਸੈਨਿਕ ਨੂੰ ਨਾਲ ਲੈ ਕੇ ਗਏ ਜਿਹੜਾ ਮਾਰਿਆ ਗਿਆ। ਠੀਕ ਹੈ, ਮਾਈਨਸ ਦਾ ਮਤਲਬ ਕੀ ਹੈ ਬਾਈ? ਉਹ ਮਾਰਿਆ ਗਿਆ ਸੈਨਿਕ। ਤੇ ਇੱਕ ਸੈਨਿਕ ਬਾਹਰ ਸਪੋਰਟ ਵਿੱਚ ਰੱਖਦੇ ਨੇ। ਠੀਕ ਹੈ ਜੀ, ਇੱਕ ਬਾਹਰ ਵੀ ਰੱਖਦੇ ਨੇ, ਉਹ ਸਪੋਰਟ ਵਿੱਚ ਰੱਖਦੇ ਨੇ। ਤਾਂ ਰਾਣੀ ਲక్ష్ਮੀ ਬਾਈ ਜੀ ਨੇ ਜਦੋਂ ਲੜਾਈ ਲੜੀ, ਠੀਕ ਹੈ, ਇਸ ਚੀਜ਼ ਨੂੰ ਆਪਾਂ ਲక్ష్ਮੀ ਬਾਈ ਕਨਸੈਪਟ ਨਾਲ ਸਮਝਾਂਗੇ। ਲక్ష్ਮੀ ਬਾਈ ਕਨਸੈਪਟ ਨਾਲ ਬਈ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਇਸ ਦਾ ਤੁਹਾਨੂੰ ਪੂਰਾ ਐਕਚੁਅਲੀ ਚ ਏਰੀਆ ਕਿਉਂ ਇਹ ਆਇਆ ਇਹ ਵੀ ਮੈਂ ਡਿਸਕ੍ਰਾਈਬ ਕਰਾਂਗਾ। ਇੱਕ ਵਾਰੀ ਇਸ ਦੀ ਟ੍ਰਿਕ ਯਾਦ ਕਰ ਲਓ। ਠੀਕ, ਇਸ ਦੀ ਟ੍ਰਿਕ ਕੀ ਹੈਗੀ ਰਾਜੇ? ਲక్ష్ਮੀ ਬਾਈ ਜੀ ਨੇ ਇੱਕ ਪਰਸਨ ਨੂੰ ਲਿਆ ਅਕ੍ਰੋਸ ਵਿੱਚ, ਅਕ੍ਰੋਸ ਵਿੱਚ ਕੀ ਕਰਨਾ? ਇੱਕ ਪਰਸਨ ਨੂੰ ਲਿਆ, ਠੀਕ, ਉਹ ਮਾਈਨਸ ਦਾ ਮਤਲਬ ਕੀ ਹੈਗਾ ਰਾਜੇ? ਮਾਰਿਆ ਗਿਆ। ਅਕ੍ਰੋਸ ਵਿੱਚ ਕੀ ਹੋਏਗਾ? ਅਕ੍ਰੋਸ ਚ ਕੀ ਹੋਏਗਾ? ਇੱਕ ਸੈਨਿਕ, ਇੱਕ ਸੈਨਿਕ ਮਾਰਿਆ ਜਾਵੇਗਾ। ਠੀਕ ਹੈ, ਇੱਕ ਸੈਨਿਕ ਮਾਰਿਆ ਜਾਵੇਗਾ।
ਤੇ ਇੱਕ ਬਾਰ ਸਪੋਰਟ ਵਿੱਚ ਵੀ ਖੜਾ ਹੋਏਗਾ। ਠੀਕ ਹੈ, ਇੱਕ ਬਾਰ ਸਪੋਰਟ ਵਿੱਚ ਕੀ ਹੋਏਗਾ, ਖੜਾ ਹੋਏਗਾ। ਠੀਕ, ਤੋ ਮੈਂ ਤੁਹਾਨੂੰ ਦੱਸਦਾ ਅੱਜ, ਇਹ ਤੁਸੀਂ ਯਾਦ ਕਰ ਲਓ। ਏਰੀਆ ਦਾ ਤੁਹਾਨੂੰ ਮੈਂ ਟ੍ਰਿਕ ਦੱਸਦਾ ਪਿਆ, ਲక్ష్ਮੀ ਬਾਈ ਟ੍ਰਿਕ, ਲక్ష్ਮੀ ਬਾਈ ਟ੍ਰਿਕ ਤੁਹਾਡੇ ਕੰਮ ਆਏਗੀ ਬਹੁਤ ਜ਼ਿਆਦਾ। ਤਿੰਨ ਕੇਸ ਕਰਾਂਗੇ ਜੀ। ਸਭ ਤੋਂ ਪਹਿਲਾਂ ਜੀ ਅਕਰੋਸ ਦਾ, ਆਊਟਸਾਈਡ ਦਾ ਤੇ ਇਨਸਾਈਡ ਦਾ। ਅਕਰੋਸ ਵਿੱਚ ਕੀ ਹੋਏਗਾ, ਏਰੀਆ ਕਿਸ ਦੇ ਇਕੁਅਲ ਹੋਏਗਾ, ਮੈਂ ਤੁਹਾਨੂੰ ਦੱਸਿਆ ਸੀ ਲక్ష్ਮੀ ਬਾਈ ਜੀ ਇੱਕ ਸੈਨਿਕ ਲੈ ਕੇ ਗਏ। ਠੀਕ ਹੈ, ਉਹ ਮਰ ਗਿਆ, ਮਾਈਨਸ ਦਾ ਮਤਲਬ ਮਰ ਗਿਆ, ਇੱਕ ਬਾਰ ਸਪੋਰਟ 'ਚ ਖੜਾ। ਆਊਟਸਾਈਡ ਵਾਲੇ ਕੇਸ ਵਿੱਚ ਕੀ ਹੋਏਗਾ ਜੀ, ਆਊਟਸਾਈਡ ਵਾਲੇ ਕੇਸ 'ਚ, ਆਊਟਸਾਈਡ ਵਾਲੇ ਕੇਸ ਵਿੱਚ ਜੀ ਕੀ ਹੋਏਗਾ, ਲక్ష్ਮੀ ਬਾਈ ਜੀ, ਠੀਕ ਹੈ, ਦੋ ਸੈਨਿਕਾਂ ਦੇ ਨਾਲ ਬਾਹਰ ਖੜੇ ਨੇ। ਠੀਕ ਹੈ, ਦੇਖੋ ਇੱਕ ਕਹਿ ਲਓ ਲੜਾਈ ਤੋਂ ਹਾਲੇ ਬਾਹਰ ਖੜੇ ਨੇ, ਬਾਹਰ ਖੜੇ ਤਾਂ ਸੈਨਿਕ ਹਾਲੇ ਕੀ ਨੇ, ਜਿੰਦਾ। ਪਲੱਸ ਦਾ ਮਤਲਬ ਕੀ ਹੈਗਾ ਜੀ, ਜਿੰਦਾ ਸੈਨਿਕ। ਤੇ ਦੋ ਹੀ ਬਾਹਰ 2p, ਦੋ ਸੈਨਿਕ ਬਾਹਰ ਕੀ ਖੜੇ ਨੇ, ਸਪੋਰਟ ਵਿੱਚ ਖੜੇ ਨੇ। ਇਹ ਹੈਗੇ ਨੇ ਰਾਜੇ ਉਸ ਦੀ ਬਾਹਰ ਸਪੋਰਟ ਵਿੱਚ ਵੀ ਖੜੇ ਨੇ। ਠੀਕ, ਇਨਸਾਈਡ ਵਿੱਚ ਕੀ ਹੋਏਗਾ, ਦੇਖੋ ਇਹ ਆਊਟਸਾਈਡ ਵਿੱਚ ਕੀ ਸੀ, ਬਾਹਰ ਖੜੇ ਸੀ ਤਾਂ ਜਿੰਦਾ ਸੀ, ਬਾਹਰ ਸੀ ਤਾਂ ਜਿੰਦਾ ਸੀ। ਇਨਸਾਈਡ ਕੀ ਹੋਏਗਾ, ਜਦੋਂ ਕਿਲੇ ਦੇ ਅੰਦਰ ਜਾਣ ਲੱਗਣਗੇ, ਕਿਲੇ ਦੇ, ਠੀਕ ਹੈ, ਅੰਦਰ ਜਾਣ ਲੱਗਣਗੇ ਜੀ, ਤਾਂ ਉਹ ਦੋ ਸੈਨਿਕ ਕੀ ਹੋ ਜਾਣਗੇ, ਮਰ ਜਾਣਗੇ। ਦੋ ਬਾਰ ਸਪੋਰਟ ਵਿੱਚ ਖੜੇ ਨੇ। ਠੀਕ ਹੈ ਜੀ, ਤਾਂ ਯਾਦ ਰੱਖਣਾ ਵੀ ਤੁਸੀਂ। ਠੀਕ ਹੈ, ਇਹ ਮਾਈਨਸ ਦਾ ਮਤਲਬ ਕੀ ਹੈ ਰਾਜੇ, ਇਹ ਮਰ ਗਏ। ਠੀਕ ਹੈ, ਅੰਦਰ ਜਾਣ ਲੱਗੇ। ਠੀਕ ਹੈ, ਅੰਦਰ ਜਾਣ ਤੋਂ ਬਾਅਦ ਮਰ ਗਏ ਸੈਨਿਕ। ਠੀਕ, ਤੇ ਬਾਹਰ ਕਿੰਨੀ ਸਪੋਰਟ 'ਚ ਖੜੇ ਨੇ, ਬਾਹਰ ਓਨੇ ਹੀ ਸੈਨਿਕ ਸਪੋਰਟ 'ਚ ਖੜੇ ਨੇ। ਠੀਕ, ਇੱਕ ਵਾਰ ਦੁਬਾਰਾ ਦੇਖ ਲਈਏ। ਠੀਕ ਹੈ, ਏਰੀਆ ਦੀ ਗੱਲ ਕਰੀਏ, ਅਕਰੋਸ ਵਿੱਚ ਲక్ష్ਮੀ ਬਾਈ ਜੀ ਕਿੰਨੇ ਸੈਨਿਕ ਲੈ ਕੇ ਜਾਣਗੇ, ਅਕਰੋਸ ਵਿੱਚ ਕਿੰਨੇ ਸੈਨਿਕ ਲੈ ਕੇ ਜਾਣਗੇ ਜੀ, ਇੱਕ ਸੈਨਿਕ ਲੈ ਕੇ ਜਾਣਗੇ, ਉਹ ਮਰ ਵੀ ਗਿਆ ਹੈ ਤੇ ਬਾਹਰ ਇੱਕ ਸਪੋਰਟ 'ਚ ਖੜਾ ਹੈ। ਇਨਸਾਈਡ ਵਿੱਚ, ਠੀਕ ਹੈ, ਇਨਸਾਈਡ ਵਿੱਚ ਉਹ ਅੰਦਰ ਕਿੰਨੇ ਸੈਨਿਕ ਲੈ ਕੇ ਗਏ ਸੀ, ਦੋ ਸੈਨਿਕ ਲੈ ਕੇ ਗਏ ਸੀ, ਦੋਨੋਂ ਮਰ ਗਏ ਤੇ ਦੋ ਬਾਹਰ ਸਪੋਰਟ 'ਚ ਖੜੇ ਨੇ। ਆਊਟਸਾਈਡ ਵਿੱਚ, ਆਊਟਸਾਈਡ ਵਿੱਚ ਜੀ ਦੋ ਸੈਨਿਕ ਬਾਹਰ ਖੜੇ ਨੇ, ਬਾਹਰ ਖੜੇ ਨੇ, ਕਿਲੇ ਤੋਂ ਬਾਹਰ ਖੜੇ, ਹਾਲੇ ਲੜਾਈ ਸ਼ੁਰੂ ਨਹੀਂ ਹੋਈ ਤਾਂ ਜਿੰਦਾ ਨੇ, ਤੇ ਓਨੇ ਹੀ ਸਪੋਰਟ ਵਿੱਚ ਵੀ ਖੜੇ ਨੇ। ਤਾਂ ਇਹ ਰਾਜੇ ਤੁਹਾਡੇ ਕੋਲ ਏਰੀਆ ਆਵੇਗਾ ਇਹਨਾਂ ਤਿੰਨਾਂ ਕੇਸਿਸ ਦਾ। ਠੀਕ, ਇਸ ਨੂੰ ਨੋਟ ਕਰ ਸਕਦੇ ਹੋ। ਇਨਸਾਈਡ ਤੇ ਆਊਟਸਾਈਡ ਵਾਲੇ ਕੇਸ ਆਪਾਂ ਹਲੇ ਅੱਗੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਕਰੋਸ ਵਾਲਾ ਕੇਸ ਹੈ ਨਾ, ਅਕਰੋਸ ਵਾਲਾ ਕੇਸ ਆਪਾਂ ਡਿਸਕਸ ਕਰਨੇ ਆ। ਠੀਕ ਹੈ, ਕਿਉਂ ਇਹੀ ਏਰੀਆ ਆਇਆ, ਠੀਕ ਹੈ ਜੀ, ਕਿਉਂ ਇਹੀ ਪੈਰਾਮੀਟਰ ਆਇਆ, ਇਸ ਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਨੇ। ਹਾਂਜੀ, ਤਾਂ ਕੀ ਹੈਗਾ ਰਾਜੇ, ਦੇਖੋ ਏਰੀਆ ਜਿਹੜਾ ਇੱਥੇ ਵਰਡ ਯੂਜ਼ ਹੋਇਆ ਨਾ ਰਾਜੇ, ਪਾਥਵੇ ਅਕਰੋਸ ਰੈਕਟੈਂਗਲ। ਇਸ ਰੈਕਟੈਂਗਲ ਜਿਸ ਦੀ ਲੈਂਥ ਸਾਨੂੰ ਪਤਾ ਹੈ L ਤੇ ਵਿਡਥ ਕਿੰਨੀ ਹੈਗੀ ਜੀ, ਇਸ ਦੀ ਚੌੜਾਈ ਕਿੰਨੀ ਹੈਗੀ ਹੈ B। ਠੀਕ ਹੈ, ਇਸ ਦੇ ਵਿੱਚ ਅਕਰੋਸ, ਠੀਕ ਹੈ ਜੀ, ਇੱਕ ਅਕਰੋਸ ਦਾ ਨਿਸ਼ਾਨ ਬਣਾ ਕੇ ਇੱਕ ਪਾਥ ਬਣਾਇਆ ਗਿਆ। ਇਸ ਪਾਥ ਦੀ ਵਿਡਥ ਕਿੰਨੀ ਹੈਗੀ ਹੈ ਜੀ, ਠੀਕ ਹੈ ਜੀ, ਇਹ P ਵਿਡਥ ਹੈਗੀ ਹੈ। ਤਾਂ ਮੈਨੂੰ ਇਹ ਦੱਸੋ ਰਾਜੇ, ਅਗਰ ਤੁਸੀਂ ਏਰੀਆ ਕੱਢਣਾ, ਠੀਕ ਹੈ, ਸਪੋਜ਼ ਮੈਂ ਇਹਨੂੰ ਕੰਪਲੀਟ ਕਰ ਦੇਣਾ। ਠੀਕ ਹੈ ਜੀ, ਆਹ ਕੰਪਲੀਟ ਕਰਤੀ ਜੀ। ਠੀਕ ਹੈ, ਆਹ ਦੇਖੋ ਰਾਜੇ, ਆਹ ਵਾਲਾ ਪਾਥ। ਠੀਕ ਹੈ ਜੀ, ਇਸ ਪਾਥ ਨੂੰ ਬੜੇ ਧਿਆਨ ਨਾਲ ਦੇਖੋ ਜੀ, ਬਹੁਤ ਧਿਆਨ ਨਾਲ। ਕੀ ਇਹ ਛੋਟਾ ਜਿਹਾ ਜਿਹੜਾ ਪਾਥ ਹੈ, ਕੀ ਇਹ ਛੋਟਾ ਜਿਹਾ ਜਿਹੜਾ ਪਾਥ ਹੈ, ਕੀ ਇਹ ਰੈਕਟੈਂਗਲ ਨਹੀਂ ਬਣ ਗਿਆ, ਹਨਾ? ਇਹ ਜਿਹੜਾ ਛੋਟਾ ਜਿਹਾ ਪਾਥ ਹੈ, ਕੀ ਇਹ ਰੈਕਟੈਂਗਲ ਨਹੀਂ ਬਣ ਗਿਆ? ਇਹ ਤਾਂ ਰੈਕਟੈਂਗਲ ਬਣ ਗਿਆ। ਇਸ ਦੀ ਜੋ ਆਹ ਵਾਲੀ ਲੈਂਥ ਰਾਜੇ, ਇਹ ਕਿੰਦੇ ਬਰਾਬਰ ਹੋਏਗੀ? ਇਹ ਤਾਂ L ਦੀ ਬਰਾਬਰ ਹੋ ਜਾਏਗੀ। ਠੀਕ ਹੈ ਜੀ, ਇਹ ਤਾਂ L ਦੇ ਬਰਾਬਰ ਹੋ ਜਾਏਗੀ, ਇਹ ਤਾਂ L ਆ ਗਈ।
ਤੇ ਆ ਜਿਹੜੀ ਇਸ ਛੋਟੀ ਜੀ ਰੈਕਟੈਂਗਲ ਦੀ ਚੌੜਾਈ ਕਿੰਨੀ ਹੋ ਜਾਏਗੀ? ਇਹ ਤਾਂ P ਹੋ ਜਾਏਗੀ। ਤਾਂ ਰੈਕਟੈਂਗਲ ਦਾ ਕੀ ਹੁੰਦਾ ਏਰੀਆ? ਰੈਕਟੈਂਗਲ ਦਾ ਏਰੀਆ ਕੀ ਹੁੰਦਾ ਵੀ ਇਸ ਦਾ ਏਰੀਆ ਕਿੰਨਾ ਆ ਜਾਏਗਾ? L into P। ਠੀਕ, L into P। ਅਗਰ ਮੈਂ ਵਰਟੀਕਲੀ ਜਾਵਾਂ, ਦੇਖੋ ਇਹ ਤਾਂ ਹੋਰੀਜ਼ੈਂਟਲ ਆਪਾਂ ਵੇਖਿਆ, ਠੀਕ ਹੈ। ਅਗਰ ਆਪਾਂ ਵਰਟੀਕਲੀ ਵੇਖੀਏ, ਇਸ ਚੀਜ਼ ਨੂੰ ਮੈਂ ਵੇਖਾਂ ਵਰਟੀਕਲੀ ਵੇਖੀਏ, ਤਾਂ ਜਿਹੜੀ ਆ ਸਿੱਧੀ ਲਾਈਨ ਖੜੀ ਹੈ, ਸਿੱਧੀ ਲਾਈਨ ਖੜੀ ਹੈ, ਠੀਕ ਹੈ, ਇਸ ਦੇ ਵਿੱਚ ਆਹ ਵਾਲਾ ਜਿਹੜਾ ਹੈਗਾ ਨਾ, ਆਹ ਵਾਲਾ ਇਹ ਹੈਗਾ B। ਆਹ ਵਾਲੀ ਲੈਂਥ ਕਿੰਨੀ ਹੈਗੀ ਹੈ? B। ਤਾਂ ਆਹ ਵਾਲੀ ਲੈਂਥ ਕਿੰਨੀ ਹੈਗੀ ਹੈ ਜੀ? ਇਹ ਤਾਂ P ਹੈਗੀ ਹੈ। ਇਹ ਵੀ ਤਾਂ ਰੈਕਟੈਂਗਲ ਹੈਗੀ ਹੈ, ਤਾਂ ਇਸ ਦਾ ਰੈਕਟੈਂਗਲ ਦਾ ਏਰੀਆ ਕਿੰਨਾ ਆ ਜਾਏਗਾ ਤੁਹਾਡੇ ਕੋਲ? B ਗੁਣਾ P। ਠੀਕ, ਤਾਂ ਏਰੀਆ ਜਿਹੜਾ ਆਪਾਂ ਏਰੀਆ ਦੇਖ ਰਹੇ ਹਾਂ, ਠੀਕ ਹੈ, ਇਹ ਜਿਹੜਾ ਏਰੀਆ ਹੈਗਾ ਨਾ, ਇਹ ਹੈਗਾ L। ਦੇਖੇ ਆਹ ਵਾਲਾ, ਆਹ ਦੇਖੋ ਰਾਜੇ P, ਮਤਲਬ L into P। ਇਹ ਆਪਾਂ ਡਿਸਕਸ ਕਰ ਲਿਆ, ਦੇਖੋ ਆ ਰਿਹਾ L into P। ਫਿਰ B into P, B into P ਵੀ ਆਪਾਂ ਡਿਸਕਸ ਕਰ ਲਿਆ। ਆ ਮਾਈਨਸ P ਸਕੁਅਰ ਕਿੱਥੋਂ ਆ ਗਿਆ ਜੀ? ਇਹ ਮਾਈਨਸ P ਸਕੁਅਰ ਕਿੱਥੋਂ ਆ ਗਿਆ? ਇਹ ਇੱਥੋਂ ਆਇਆ ਰਾਜੇ, ਜਦੋਂ ਤੁਸੀਂ ਹੋਰੀਜ਼ੈਂਟਲੀ ਜਾ ਰਹੇ ਸੀ ਤੇ ਵਰਟੀਕਲੀ ਵੀ ਜਾ ਰਹੇ ਸੀ। ਆ ਜਿਹੜਾ ਵਿੱਚ ਡੱਬਾ ਹੈਗਾ ਨਾ, ਆ ਡੱਬਾ, ਆ ਚੌਰਸ ਡੱਬਾ, ਠੀਕ, ਆ ਧਿਆਨ ਨਾਲ ਦੇਖੋ ਰਾਜੇ, ਜਿਹੜਾ ਚੌਰਸ ਡੱਬਾ ਹੈਗਾ, ਇਹ ਤੁਸੀਂ, ਠੀਕ ਹੈ, 2 ਵਾਰੀ ਕਾਊਂਟ ਕਰ ਲਿਆ। ਕਿੰਨੀ ਵਾਰੀ ਕਾਊਂਟ ਕਰ ਲਿਆ ਜੀ? 2 ਵਾਰੀ। ਇੱਕ ਵਾਰੀ ਹੋਰੀਜ਼ੈਂਟਲੀ ਜਾ ਰਹੇ ਸੀ, ਇਸ ਤਰ੍ਹਾਂ ਆਪਾਂ ਹੋਰੀਜ਼ੈਂਟਲੀ ਆਪਾਂ ਜਦੋਂ ਵੇਖ ਰਹੇ ਸੀ ਉਦੋਂ ਵੀ ਇਹ ਆ ਗਿਆ, ਠੀਕ। ਜਦੋਂ ਆਪਾਂ ਵਰਟੀਕਲੀ ਇਸ ਨੂੰ ਕਾਊਂਟ ਕਰ ਰਹੇ ਸੀ, ਇਹ ਦੁਬਾਰਾ ਕਾਊਂਟ ਹੋ ਗਿਆ। ਦੇਖੋ ਇਹਨੂੰ ਆਪਾਂ 2 ਵਾਰੀ ਕਾਊਂਟ ਨਹੀਂ ਕਰ ਸਕਦੇ, ਇੱਕ ਵਾਰੀ ਹੀ ਕਾਊਂਟ ਕਰਨਾ ਹੈ। ਤਾਂ ਆ ਜਿਹੜਾ ਚੌਰਸ ਡੱਬਾ ਹੈਗਾ ਨਾ, ਠੀਕ ਹੈ, ਇਹ 2 ਵਾਰੀ ਕਾਊਂਟ ਹੋ ਗਿਆ। ਤਾਂ ਬੈਲੈਂਸ ਕਰਨ ਵਾਸਤੇ ਤੁਹਾਨੂੰ ਇੱਕ ਵਾਰੀ ਕੀ ਕਰਨਾ ਪਏਗਾ? ਇਸ ਦਾ ਏਰੀਆ ਮਾਈਨਸ ਇਸ ਚੌਰਸ ਡੱਬੇ ਦਾ, ਠੀਕ, ਇਸ ਚੌਰਸ ਡੱਬੇ ਦਾ ਏਰੀਆ ਕਿੰਨਾ ਹੈਗਾ ਰਾਜੇ? ਚੌਰਸ ਹੈ ਨਾ, ਮੇਰੇ ਮੂੰਹ ਚ ਵਰਡ ਨਿਕਲਿਆ ਚੌਰਸ, ਸਕੁਅਰ। ਸਕੁਅਰ ਦਾ ਏਰੀਆ ਕੀ ਹੁੰਦਾ ਹੈ? ਸਾਈਡ ਦਾ ਸਕੁਅਰ, ਹੈ ਨਾ। ਇਹ ਕਿੰਨੀ ਸਾਈਡ ਹੈਗੀ ਇਹਦੀ? P। ਕਿੰਨੀ ਸਾਈਡ ਦਾ ਹੈਗਾ ਰਾਜੇ ਚੌਰਸ ਡੱਬਾ? P ਸਾਈਡ ਦਾ। ਤਾਂ ਉਸ ਦਾ ਏਰੀਆ P ਸਕੁਅਰ ਹੋ ਗਿਆ। ਉਹ P ਸਕੁਅਰ ਮਾਈਨਸ ਕਰਾਂਗੇ, ਕਿਉਂਕਿ ਇਹ 2 ਵਾਰੀ ਆ ਕਾਊਂਟ ਕੀਤਾ ਗਿਆ, ਇੱਕ ਵਾਰੀ ਹੋਰੀਜ਼ੈਂਟਲੀ, ਇੱਕ ਵਾਰੀ ਵਰਟੀਕਲੀ, ਠੀਕ ਹੈ। ਆਪਾਂ 2 ਵਾਰੀ ਕਾਊਂਟ ਨਹੀਂ ਕਰ ਸਕਦੇ, ਇੱਕ ਵਾਰੀ ਕਾਊਂਟ ਕਰਾਂਗੇ। ਇਸ ਕਰਕੇ ਬੈਲੈਂਸ ਕਰਨ ਵਾਸਤੇ ਵੀ P ਸਕੁਅਰ ਮਾਈਨਸ ਕਰਤਾ। ਤੇ ਇਹਨੂੰ ਯਾਦ ਕਿਵੇਂ ਰੱਖਣਾ ਰਾਜੇ? ਯਾਦ ਕਿਵੇਂ ਰੱਖਣਾ? ਲక్ష్ਮੀ ਬਾਈ, ਠੀਕ ਹੈ, ਲక్ష్ਮੀ ਬਾਈ ਜੀ ਅਕਰੋਸ ਵਾਲੇ ਕੇਸ ਚ ਰਾਜੇ ਇੱਕ ਸੈਨਿਕ ਲੈ ਕੇ ਗਏ ਸੀ, ਮਾਰਿਆ ਗਿਆ। ਇੱਕ ਸੈਨਿਕ ਬਾਹਰ ਸਪੋਰਟ 'ਚ ਵੀ ਖੜਾ ਹੈ, ਠੀਕ ਹੈ ਜੀ। ਕੁਐਸਚਨ ਕਰਨੇ ਆ, ਪਹਿਲਾਂ ਇਸ ਨੂੰ ਧਿਆਨ ਨਾਲ ਪੜਾਂਗੇ ਜੀ। ਇਹ ਰੈਕਟੈਂਗੂਲਰ ਲੋਨ 60/40 ਸਕੁਅਰ ਮੀਟਰ, ਠੀਕ ਹੈ ਜੀ। ਤਾਂ L ਕਿੰਨਾ ਆ ਗਿਆ ਤੁਹਾਡੇ ਕੋਲ? 60। B ਕਿੰਨਾ ਆ ਗਿਆ ਜੀ? 40। ਹੈਜ਼ 2 ਰੋਡਸ, ਇਸ ਦੇ ਵਿੱਚ ਕੀ ਹੈਗੇ ਨੇ? 2 ਰੋਡਸ ਹੈਗੇ ਨੇ, 5 ਮੀਟਰ ਵਾਈਡ। ਕੀ ਹੈਗੇ ਰੋਡਸ? 5 ਮੀਟਰ ਵਾਈਡ। ਤਾਂ 5 ਮੀਟਰ ਦਾ ਰਾਜੇ ਤੁਹਾਨੂੰ P ਦਿੱਤਾ ਹੋਇਆ ਹੈ। ਆ ਤੁਹਾਨੂੰ P ਕਿੰਨਾ ਦਿੱਤਾ ਹੋਇਆ ਹੈ? P ਇੱਥੇ ਆ ਰੋਡ ਕਿੰਨੀ ਹੈਗੀ ਰਾਜੇ? 5 ਮੀਟਰ ਚੌੜੀ। ਤਾਂ P ਦੀ ਵੈਲਿਊ ਤੁਹਾਨੂੰ 5 ਦੇਤੀ, ਠੀਕ ਹੈ ਜੀ। ਹੁਣ ਉਹ ਕਹਿ ਰਿਹਾ ਵੀ ਇੱਕ ਰੋਡ ਜਿਹੜੀ ਲੈਂਥ ਦੇ ਪੈਰਲਲ ਹੈ, ਇੱਕ ਜਿਹੜੀ ਹੈਗੀ ਹੈ ਵਿਡਥ ਦੇ ਪੈਰਲਲ ਹੈ। ਚਲੋ ਠੀਕ ਹੈ, ਇਹਦੇ ਚ ਕੋਈ ਨਵੀਂ ਗੱਲ ਨਹੀਂ। ਗ੍ਰੈਵਲਿੰਗ ਕਰਨੀ ਹੈ ਜੀ, ਠੀਕ ਹੈ, ਕਹਿ ਲਓ ਇੱਕ ਤਰ੍ਹਾਂ ਦੀ ਆਪਾਂ ਕੰਡਿਆਂ ਵਾਲੀ ਤਾਰ ਲਾਣੀ ਹੈ ਇਸ ਦੇ ਬੰਨੇ ਬੰਨੇ ਤੇ, ਠੀਕ ਹੈ ਜੀ। ਆ ਬੰਨੇ ਬੰਨੇ ਤੇ ਆਪਾਂ ਕੀ ਲਾਣੀ ਹੈ? ਸੌਰੀ, ਗ੍ਰੈਵਲਿੰਗ ਕਹਿ ਰਿਹਾ। ਗ੍ਰੈਵਲਿੰਗ ਦਾ ਮਤਲਬ ਤੁਸੀਂ ਸਮਝ ਲਓ ਵੀ ਆਪਾਂ ਚਲੋ ਘਾਹ ਲਾਣਾ ਹੈ, ਠੀਕ ਹੈ ਜੀ, ਘਾਹ ਲਾਣਾ ਆਪਾਂ। ਵੈਸੇ ਮੈਨੂੰ ਗ੍ਰੈਵਲਿੰਗ ਦਾ ਮਤਲਬ ਨਹੀਂ ਪਤਾ, ਠੀਕ ਹੈ ਜੀ। ਤਾਂ ਇੱਥੇ ਆਪਾਂ ਗ੍ਰੈਵਲਿੰਗ ਕਰਨੀ ਹੈ, ਠੀਕ ਹੈ ਜੀ। ਤਾਂ ਤੁਹਾਨੂੰ ਏਰੀਆ ਕੱਢਣਾ ਪਏਗਾ। ਕੀ ਕੱਢਣਾ ਪਏਗਾ ਜੀ? ਏਰੀਆ। ਇਹ ਦੇਖੋ ਰਾਜੇ, ਅਕਰੋਸ ਵਾਲਾ ਕੇਸ ਹੈ। ਅਕਰੋਸ ਵਾਲੇ ਕੇਸ ਦੇ ਵਿੱਚ ਏਰੀਆ ਕੀ ਹੁੰਦਾ ਹੈ? ਲక్ష్ਮੀ ਬਾਈ ਜੀ ਇੱਕ ਸੈਨਿਕ ਲੈ ਕੇ ਗਈ ਸੀ, ਮਰ ਗਿਆ। ਮਾਈਨਸ ਦਾ ਮਤਲਬ ਮਰ ਗਿਆ, ਇੱਕ ਵਾਰ ਸਪੋਰਟ 'ਚ ਖੜਾ। ਤਾਂ 60 plus 40 minus 5 ਤੇ ਬਾਹਰ ਵੀ 5, ਕਿੰਨਾ ਆ ਜਾਏਗਾ ਜੀ? ਇਹ 95 ਗੁਣਾ 5। ਹੁਣ ਇਹ ਕੀ ਆਇਆ ਰਾਜੇ? ਸਕੁਅਰ ਮੀਟਰ। ਏਰੀਆ ਹੈ ਨਾ ਰਾਜੇ, ਏਰੀਆ ਹੈਗਾ ਤਾਂ ਫਿਰ ਕੀ ਆ ਗਿਆ? ਸਕੁਅਰ ਮੀਟਰ।
ਹੁਣ ਗ੍ਰੈਵਲਿੰਗ ਦਾ ਖਰਚਾ ਕਿੰਨਾ ਹੈ ਜੀ? 1 ਸਕੁਅਰ ਮੀਟਰ ਦਾ ਕਿੰਨਾ ਖਰਚਾ ਹੈ? 1 ਸਕੁਅਰ ਮੀਟਰ ਦਾ ਕਿੰਨਾ ਖਰਚਾ ਹੈ ਜੀ? 60 ਪੈਸੇ। 60 ਪੈਸੇ ਮਤਲਬ 60/100 ਮਤਲਬ 3/5 ਰੁਪਏ। ਤਾਂ ਜੀ ਏਰੀਆ ਕਿੰਨਾ ਹੈਗਾ? 95 ਗੁਣਾ 5 ਸਕੁਅਰ ਮੀਟਰ। ਟੋਟਲ ਖਰਚਾ ਇੱਥੋਂ ਨਿਕਲੇਗਾ ਜੀ। ਟੋਟਲ ਖਰਚਾ ਕੱਢਣਾ ਪਏਗਾ ਤਾਂ ਜੀ 95 ਗੁਣਾ 5 ਮਲਟੀਪਲਾਈ ਕੀਤਾ ਆਪਾਂ। ਦੇਖੋ ਜੀ ਇਹ ਕਿੰਨਾ ਆ ਰਿਹਾ? 90 ਨੂੰ 3 ਨਾਲ ਕਰਾਂਗੇ ਜੀ 270, 5 ਨੂੰ 3 ਨਾਲ ਕਰਾਂਗੇ ਜੀ 15, 270 ਤੇ 15 ਕਿੰਨੇ ਹੋ ਜਾਣਗੇ ਜੀ? 285 ਰੁਪਏ। ਹੈ ਕੋਈ ਆਨਸਰ 285? ਹਾਂਜੀ ਬਿਲਕੁਲ ਸੀ ਆਪਸ਼ਨ ਸਾਡਾ ਆਨਸਰ ਹੈ ਜੀ। ਸੀ ਆਪਸ਼ਨ ਸਾਡਾ ਆਨਸਰ। ਅੱਗੇ ਚੱਲਦੇ ਆ ਜੀ। ਨੈਕਸਟ ਆਊਟਸਾਈਡ। ਦੇਖੋ ਮੰਨ ਲਓ ਤੁਹਾਡੇ ਕੋਲ ਹੈਗਾ ਇੱਕ ਸਵੀਮਿੰਗ ਪੂਲ, ਠੀਕ ਹੈ ਜੀ, ਸਵੀਮਿੰਗ ਪੂਲ। ਤੇ ਤੁਹਾਡੇ ਮਨ 'ਚ ਵਿਚਾਰ ਆਇਆ ਮੈਂ ਸਵੀਮਿੰਗ ਪੂਲ ਦੇ ਆਸੇ-ਪਾਸੇ ਕੀ ਲਾਣਾ ਹੈ? ਆਊਟਸਾਈਡ, ਇਸ ਦੇ ਬਾਹਰ-ਬਾਹਰ। ਦੇਖੋ ਅਗਰ ਸਵੀਮਿੰਗ ਪੂਲ ਹੈਗਾ ਤਾਂ ਸਵੀਮਿੰਗ ਪੂਲ ਦੀ ਲੈਂਥ ਪਤਾ ਹੋਏਗੀ ਨਾ, ਲੈਂਥ ਕਿੰਦੀ ਪਤਾ ਹੋਏਗੀ ਸਵੀਮਿੰਗ ਪੂਲ ਦੀ, ਤੇ ਵਿਡਥ ਵੀ ਕਿੰਦੀ ਪਤਾ ਹੋਏਗੀ ਸਵੀਮਿੰਗ ਪੂਲ ਦੀ। ਠੀਕ, ਹੁਣ ਤੁਹਾਨੂੰ ਕੋਈ ਕਹਿ ਦੇਣ ਦੇ ਆਸੇ-ਪਾਸੇ ਭਾਜੀ ਲੋਨ ਵੀ ਲਾਓ, ਠੀਕ ਹੈ, ਗ੍ਰਾਸ ਲਗਾ ਦਿਓ, ਘਾਹ ਲਗਾ ਦਿਓ। ਤੇ ਘਾਹ ਕਿੰਨੀ ਕਿੰਨੀ ਲੈਂਥ ਦੀ ਲਾਣੀ ਹੈ ਜੀ? ਤਾਂ ਸੋਹਣੀ ਲੱਗਣ ਵਾਸਤੇ ਚੌਰਸ ਚੌਰਸ ਲਾਇਆ ਜੇ, ਹਨਾ। ਤੇ ਆ ਤੁਹਾਨੂੰ ਕਹਿ ਦਿੱਤਾ ਜੀ ਆ ਕਿੰਨੀ ਲੈਂਥ ਦੀ ਲਾਣੀ ਹੈ ਗ੍ਰਾਸ? ਤੁਸੀਂ ਪੀ ਲੈਂਥ ਦੀ। ਕਿੰਨੀ ਲੈਂਥ ਦੀ ਲਾਣੀ ਹੈ ਜੀ? ਪੀ ਲੈਂਥ ਦੀ। ਤਾਂ ਮੈਨੂੰ ਇਹ ਦੱਸ ਦਿਓ ਰਾਜੇ ਬਾਹਰ ਵਾਲੀ ਲੈਂਥ ਕਿੰਨੀ ਹੋ ਜਾਏਗੀ? ਅਗਰ ਆ L ਹੈ, ਠੀਕ ਹੈ, ਅੰਦਰ ਸਵਿਮਿੰਗ ਪੂਲ ਜਿਹੜਾ ਹੈਗਾ ਉਹ L ਕ੍ਰੋਸ B ਦਾ ਹੈਗਾ, ਤੇ ਤੁਸੀਂ PP ਲੈਂਥ ਦੀ ਗ੍ਰਾਸ ਲਾਤੀ ਤਾਂ ਬਾਹਰ ਵਾਲੀ ਲੈਂਥ ਕਿੰਨੀ ਹੋ ਜਾਏਗੀ? L plus 2B। ਤੇ ਉਵੇਂ ਰਾਜੇ ਆ ਵਾਲੀ ਬਾਹਰ ਵਾਲੀ ਵਿਡਥ ਕੀ ਹੋ ਜਾਏਗੀ? B plus 2P। ਠੀਕ ਹੈ ਜੀ। ਤਾਂ ਆਊਟਸਾਈਡ ਵਾਲੇ ਕੇਸ ਵਿੱਚ, ਆਊਟਸਾਈਡ ਵਾਲੇ ਕੇਸ ਵਿੱਚ ਕੀ ਤੁਹਾਨੂੰ ਰੂਲ ਦੱਸਿਆ ਸੀ ਏਰੀਏ ਦਾ? ਆਊਟਸਾਈਡ ਵਾਲੇ ਕੇਸ 'ਚ ਏਰੀਆ ਦਾ ਕੀ ਰੂਲ ਹੈਗਾ ਬਈ ਲక్ష్ਮੀ ਬਾਈ ਜੀ? ਠੀਕ ਹੈ, ਆਊਟਸਾਈਡ ਦਾ ਮਤਲਬ ਹੈ ਹਾਲੇ ਕਿਲੇ ਤੋਂ ਬਾਹਰ ਖੜੇ ਨੇ, ਜੰਗ ਨਹੀਂ ਸ਼ੁਰੂ ਹੋਈ। ਤਾਂ ਰਾਣੀ ਲక్ష్ਮੀ ਬਾਈ ਜੀ ਕੋਲ ਉਹਨਾਂ ਨੇ 2 ਸੈਨਿਕ ਲਏ ਨੇ, ਤੇ 2 ਹੀ ਸੈਨਿਕ ਕੀ ਰੱਖੇ ਨੇ? ਸਪੋਰਟ 'ਚ ਰੱਖੇ ਨੇ। ਠੀਕ, ਯਾਦ ਰਹੇਗਾ ਫਾਰਮੂਲਾ। ਠੀਕ ਹੈ, ਮੈਂ ਸਮਝਾ ਦਿੰਦਾ ਇਹਨੂੰ ਵੀ, ਤੇ ਬਾਕੀ ਤੁਸੀਂ ਖੁਦ ਸਮਝੋ ਇਸ ਚੀਜ਼ ਨੂੰ, ਇਹ ਕਿਉਂ ਇਹੀ ਏਰੀਆ ਆਇਆ। ਠੀਕ ਹੈ ਜੀ, ਇਸ ਪਾਥ ਦਾ ਏਰੀਆ ਇਹ ਵਾਲਾ ਕਿਉਂ ਆਇਆ, ਇਹਨੂੰ ਖੁਦ ਸਮਝਣ ਦੀ ਕੋਸ਼ਿਸ਼ ਕਰੋ। ਪੇਪਰ 'ਚ ਰਾਜੇ ਤੁਹਾਨੂੰ ਉਹਨਾਂ ਨੇ ਕਨਸੈਪਟ ਨਹੀਂ ਪੁੱਛਣਾ, ਪੇਪਰ 'ਚ ਉਹਨਾਂ ਨੇ ਪੁੱਛਣਾ ਹੈ ਵੀ ਆ ਏਰੀਆ ਨੂੰ ਯੂਜ਼ ਕਰਕੇ ਕੁਐਸਚਨ ਦਾ ਆਨਸਰ ਦੱਸ ਦਿਓ ਬਸ। ਤਾਂ ਮੈਂ ਤੁਹਾਨੂੰ ਵੈਸੇ ਦੱਸਣਾ ਇਸ ਦਾ, ਹਾਂਜੀ, ਅਪਲਾਈ ਕਰਕੇ, ਇਸ ਨੂੰ ਮੈਂ ਅਪਲਾਈ ਕਰਕੇ ਦੱਸਣਾ ਜੀ। ਕੁਐਸਚਨ ਨੰਬਰ 22 ਦੇ ਵਿੱਚ ਕੀ ਹੈਗਾ ਜੀ? ਇੱਕ ਫੀਲਡ ਹੈ 40 ਮੀਟਰ ਲੰਬਾ, L ਦੀ ਵੈਲਿਊ 40 ਦੇਤੀ, 35 ਮੀਟਰ ਚੌੜਾ, B ਦੀ ਵੈਲਿਊ 35 ਦੇਤੀ ਜੀ। ਜਿਹੜਾ ਫੀਲਡ ਹੈਗਾ ਜੀ ਉਹ ਹੈਗਾ ਇੱਕ ਪਾਥ ਨਾਲ ਸਰਾਊਂਡਡ, 2.5 ਮੀਟਰ ਦਾ ਪਾਥ ਹੈ ਜੀ। ਇੱਥੇ ਵਰਡ ਯੂਜ਼ ਕਰਤਾ ਉਹਨਾਂ ਨੇ ਆਊਟਸਾਈਡ। ਠੀਕ ਹੈ ਜੀ, ਬਾਹਰਲੇ ਪਾਸੇ। ਬਾਹਰਲੇ ਪਾਸੇ ਵਾਲੇ ਕੇਸ ਵਿੱਚ ਦੇਖੋ ਇਹ ਤੁਹਾਨੂੰ P ਦੀ ਵੈਲਿਊ ਦਿੱਤੀ ਹੋਈ ਹੈ 2.5। ਆਊਟਸਾਈਡ ਵਾਲੇ ਕੇਸ 'ਚ ਲక్ష్ਮੀ ਬਾਈ ਜੀ ਕੀ ਕਰਦੇ ਹੁੰਦੇ ਨੇ? ਉਹਨਾਂ ਨੇ ਆਪਣੇ ਨਾਲ 2 ਸੈਨਿਕ ਰੱਖੇ ਹੋਏ ਨੇ, ਠੀਕ ਹੈ ਜੀ, ਤੇ 2 ਸੈਨਿਕ ਹੀ ਸਪੋਰਟ 'ਚ ਰੱਖੇ ਹੋਏ ਨੇ। ਇੱਥੋਂ ਕੀ ਮਿਲੇਗਾ ਤੁਹਾਨੂੰ? ਏਰੀਆ ਮਿਲੇਗਾ। L ਦੀ ਵੈਲਿਊ, B ਦੀ ਵੈਲਿਊ ਫਿਲ ਕਰੋ ਜੀ, 40, 35, ਠੀਕ ਹੈ, P ਦੀ ਵੈਲਿਊ 2.5 ਹੈ ਰਾਜੇ, ਤਾਂ 2P ਕਿੰਨਾ ਹੋ ਜਾਏਗਾ? 5। ਬਾਹਰ ਵੀ ਕੀ ਰੱਖਣਾ ਹੈ ਜੀ? 5। ਕਿੰਨਾ ਆ ਰਿਹਾ ਜੀ? ਠੀਕ ਹੈ ਜੀ, 80 ਗੁਣਾ 5, ਇਹ ਆ ਗਿਆ ਜੀ 400। ਏਰੀਆ ਕਿੰਨਾ ਆ ਜਾਏਗਾ ਜੀ? 400 ਮੀਟਰ ਸਕੁਅਰ। ਇਹ ਆ ਗਿਆ ਤੁਹਾਡੇ ਕੋਲ B ਆਪਸ਼ਨ। ਠੀਕ, ਆਈ ਹੋਪ ਤੁਹਾਨੂੰ ਸਮਝ ਆ ਰਿਹਾ। ਅੱਛਾ ਜੀ, ਆਊਟਸਾਈਡ ਤੋਂ ਬਾਅਦ ਰਾਜੇ ਇਨਸਾਈਡ ਵਾਲਾ ਕੇਸ। ਠੀਕ ਹੈ ਜੀ, ਇਨਸਾਈਡ ਵਾਲਾ ਕੇਸ ਤਾਂ ਕੀ ਹੈਗਾ ਜੀ? ਸਪੋਜ਼ ਤੁਹਾਡੇ ਕੋਲ, ਠੀਕ ਹੈ ਜੀ, ਬਾਹਰ ਬਾਹਰ ਕੀ ਹੈਗੀ ਏ? ਬਾਹਰ ਬਾਹਰਲੀ ਤੁਹਾਡੇ ਕੋਲ L ਹੈਗੀ ਏ, ਬਾਹਰਲੀ ਹੀ ਤੁਹਾਡੇ ਕੋਲ ਕੀ ਹੈਗੀ ਏ? ਵਿਡਥ ਹੈਗੀ ਏ। ਤੁਸੀਂ ਅੰਦਰਲੇ ਪਾਸੇ ਨੂੰ, ਠੀਕ ਹੈ ਜੀ, ਮੰਨ ਲਓ ਆ ਤੁਹਾਡੇ ਪਾਰਕ ਦੀ ਕੰਧ ਹੈ, ਇਹ ਕੀ ਹੈਗੀ? ਪਾਰਕ ਦੀ ਕੰਧ। ਇੱਕ L ਲੈਂਥ ਦੀ ਕੰਧ ਹੈਗੀ ਜੀ, ਇੱਕ B ਲੈਂਥ ਦੀ ਕੰਧ ਹੈਗੀ। ਤੁਸੀਂ ਅੰਦਰਲੇ ਪਾਸੇ ਕੀ ਲਾਣਾ ਹੈ? ਇੰਨੀ ਇੰਨੀ ਜਗ੍ਹਾ ਤੇ ਤੁਸੀਂ ਘਾਹ ਲਗਾਣੀ, ਠੀਕ ਹੈ ਜੀ, ਗ੍ਰਾਸ ਲਗਾਣੀ। ਤਾਂ ਤੁਸੀਂ ਹੁਣ ਅੰਦਰਲੇ ਪਾਸੇ ਜਾਓਗੇ, ਕਿੰਨਾ ਤੱਕ ਅੰਦਰ ਜਾਣਾ ਹੈ? P ਤੱਕ ਅੰਦਰ ਜਾ ਸਕਦੇ ਹੋ।
ठीक है जी। आ लेंथ कितनी हैगी है जी ਤੁਹਾਡੇ ਕੋਲ p, ਇਹ ਲੈਂਥ ਕਿੰਨੀ ਹੈਗੀ ਜੀ p। ਤਾਂ ਸੋਚ ਸਮਝ ਕੇ ਦੱਸੋ ਵੀ ਆ ਅੰਦਰਲੀ ਆ ਵਾਲੀ ਲੈਂਥ ਕਿੰਨੀ ਆ ਜਾਏਗੀ। ਠੀਕ ਹੈ ਜੀ। ਆ ਟੋਟਲ ਬਾਹਰਲੀ ਟੋਟਲ ਕਿੰਨੀ ਹੈਗੀ ਹੈ, ਬਾਹਰਲੀ ਟੋਟਲ ਤਾਂ b ਹੈਗੀ ਹੈ। ਆ ਵਾਲੀ p ਮਾਈਨਸ ਕਰੋਗੇ, ਆ ਵਾਲੀ ਵੀ p ਮਾਈਨਸ ਕਰੋਗੇ ਤਾਂ ਅੰਦਰਲੀ ਇਹ ਬਚੇਗੀ b 2p, ਤੇ ਆ ਵਾਲੀ ਵੀ ਅੰਦਰਲੀ ਕੀ ਬਚੇਗੀ ਲੈਂਥ l 2p। ਠੀਕ ਹੈ ਜੀ। ਮੈਂ ਇਸ ਦੇ ਏਰੀਆ ਦਾ ਤੁਹਾਨੂੰ ਦੱਸ ਚੁੱਕਿਆ ਰਾਜੇ, ਏਰੀਆ ਦਾ ਕੀ ਟ੍ਰਿਕ ਹੈਗੀ ਹੈ। ਤਾਂ ਪੇਪਰ 'ਚ ਰਾਜੇ ਟ੍ਰਿਕ ਹੀ ਲੱਗਣੀ ਹੈ, ਉਹਨਾਂ ਨੇ ਕਨਸੈਪਟ ਨਹੀਂ ਪੁੱਛਣਾ ਹੈ ਫਾਰਮੂਲਾ ਬਣਿਆ ਕਿੱਥੋਂ ਹੈ। ਠੀਕ ਹੈ ਜੀ। ਫਿਰ ਵੀ ਮੈਂ ਤੁਹਾਨੂੰ ਥੋੜਾ ਜਿਹਾ ਆ ਤੁਹਾਨੂੰ ਹਿੰਟ ਦੇਤੇ ਨੇ, ਮੈਂ ਤੁਹਾਨੂੰ ਇਹ ਕੀ ਦੇ ਚੁੱਕਿਆ ਜੀ, ਹਿੰਟ ਦੇ ਚੁੱਕਿਆ। ਅਗਰ ਤੁਸੀਂ ਸੋਚਣਾ ਸੋਚ ਸਕਦੇ ਹੋ ਵੀ ਏਰੀਆ ਤੇ ਪੈਰੀਮੀਟਰ ਕਿਉਂ ਇਹੀ ਆਏ। ਠੀਕ, ਪਰ ਇਨਸਾਈਡ ਵਾਲੇ ਕੇਸ 'ਚ ਮੈਂ ਇੱਕ ਵਾਰੀ ਤੁਹਾਨੂੰ ਫਿਰ ਯਾਦ ਕਰਾਦਾ, ਇਨਸਾਈਡ ਵਾਲੇ ਕੇਸ 'ਚ ਏਰੀਆ ਕੀ ਹੁੰਦਾ ਹੈ। ਰਾਣੀ ਲక్ష్ਮੀ ਬਾਈ ਜੀ ਆਪਣੇ ਨਾਲ 2 ਸੈਨਿਕ ਲੈ ਕੇ ਗਏ ਸੀ, ਦੋਨੋਂ ਹੀ ਮਾਰੇ ਜਾ ਚੁੱਕੇ ਨੇ। ਮਾਈਨਸ ਦਾ ਮਤਲਬ ਕੀ ਹੈਗਾ ਜੀ, ਮਾਈਨਸ ਦਾ ਮਤਲਬ ਕੀ ਹੈ, ਮਰ ਗਏ, ਸੈਨਿਕ ਮਰ ਗਏ ਨੇ, ਤੇ 2 ਹੀ ਬਾਹਰ ਸਪੋਰਟ ਵਿੱਚ ਵੀ ਖੜੇ ਨੇ। ਠੀਕ, ਤਾਂ 23rd ਕੁਐਸਚਨ ਰਾਜੇ, ਫੀਲਡ ਦੀ ਲੈਂਥ ਕਹਿ ਰਹੇ ਨੇ ਜੀ, ਫੀਲਡ ਦੀ ਲੈਂਥ ਕਿੰਨੀ ਹੈਗੀ ਹੈ ਜੀ 100 ਮੀਟਰ, ਵਿਡਥ ਕਿੰਨੀ ਹੈਗੀ ਹੈ ਜੀ 60 ਮੀਟਰ। ਤਾਂ ਇੱਕ ਪਾਥ ਬਣਾਇਆ ਗਿਆ ਯੂਨੀਫਾਰਮ ਵਿਡਥ ਦਾ, ਕਿੰਨੀ ਵਿਡਥ ਰੱਖਣੀ ਹੈ ਜੀ 5 ਮੀਟਰ ਦਾ। ਤਾਂ p ਦੀ ਵੈਲਿਊ ਤੁਹਾਨੂੰ 5 ਦੇਤੀ, ਪਰ ਇੱਥੇ ਵਰਡ ਕੀ ਯੂਜ਼ ਕੀਤਾ ਹੈ ਜੀ ਇਨਸਾਈਡ। ਇਨਸਾਈਡ ਵਾਲੇ ਕੇਸ ਵਿੱਚ ਏਰੀਆ ਕੀ ਹੁੰਦਾ ਹੈ l ਪਲੱਸ b। ਦੱਸੋ ਜੀ ਇਨਸਾਈਡ ਅੰਦਰ ਜਾਂਦੇ ਹੋਏ, ਕਿਲੇ ਦੇ ਅੰਦਰ ਜਾਂਦੇ ਹੋਏ ਸੈਨਿਕ ਕੀ ਹੋ ਜਾਣਗੇ ਜੀ, ਮਰ ਜਾਣਗੇ। ਠੀਕ ਹੈ ਜੀ, 2 ਹੀ ਬਾਹਰ ਸਪੋਰਟ 'ਚ ਖੜੇ ਨੇ। l ਪਲੱਸ b ਵੈਲਿਊਜ਼ ਫਿਲ ਕਰੋ, 100 60 ਮਾਈਨਸ 10। ਠੀਕ ਹੈ, p ਦੀ ਵੈਲਿਊ 5 ਹੈ ਤਾਂ 2p 10 ਹੋ ਜਾਏਗਾ, ਬਾਹਰ ਵੀ 10। ਇਹ ਕਿੰਨਾ ਆ ਰਿਹਾ ਜੀ ਤੁਹਾਡੇ ਕੋਲ 150 into 10, ਇਹ ਆ ਰਿਹਾ ਜੀ ਤੁਹਾਡੇ ਕੋਲ 1500, ਕਿਉਂਕਿ ਮੀਟਰ ਵਿੱਚ ਡਾਟਾ ਹੈ ਜੀ ਤਾਂ ਮੀਟਰ ਸਕੁਅਰ। ਦੇਖੋ ਕੋਈ ਹੈ 1500 ਆਂਸਰ, ਬਿਲਕੁਲ ਹੈ ਜੀ, ਹੈ। ਤੁਹਾਡਾ ਆਂਸਰ ਡੀ ਆ ਗਿਆ, ਆਂਸਰ ਤੁਹਾਡਾ ਡੀ ਆ ਗਿਆ ਜੀ। ਹਾਂਜੀ ਅੱਗੇ ਚੱਲਦੇ ਆ ਜੀ। ਰਿੰਗ, ਠੀਕ ਹੈ ਜੀ। ਰਿੰਗ ਕੀ ਹੁੰਦੀ ਰਾਜੇ, 2 ਸਰਕਲਸ ਲੋ, ਆ 2 ਸਰਕਲ ਲੈ। ਠੀਕ ਹੈ ਜੀ, ਦੋਨਾਂ ਦਾ ਸੈਂਟਰ ਕੀ ਰੱਖਣਾ, ਦੋਨਾਂ ਦਾ ਸੈਂਟਰ ਰੱਖਣਾ ਸੇਮ। ਇੱਕ ਰੇਡੀਅਸ r ਦਾ ਹੈਗਾ, ਆ ਛੋਟੇ ਵਾਲਾ r ਰੇਡੀਅਸ ਦਾ ਲੈ ਲਓ, ਤੇ ਆ ਵੱਡੇ ਵਾਲਾ ਕਿੰਨੇ ਰੇਡੀਅਸ ਦਾ ਲੈ ਲਓ ਜੀ, ਕੈਪੀਟਲ R। ਤਾਂ ਆ ਜਿਹੜਾ ਵਿੱਚ ਵਿੱਚ ਜਿਹੜਾ ਹਿੱਸਾ ਹੈ ਨਾ, ਵਿੱਚ ਵਿੱਚ ਹਿੱਸਾ ਹੈ, ਇਹਨੂੰ ਆਪਾਂ ਕਵਾਂਗੇ ਇਹ ਕੀ ਹੈਗਾ ਜੀ ਰਿੰਗ। ਇਹ ਕੀ ਹੈਗੀ ਸਾਡੇ ਕੋਲ ਰਿੰਗ। ਤਾਂ ਰਿੰਗ ਦਾ ਏਰੀਆ ਕੱਢਣ ਦਾ ਰਾਜੇ ਆਪਣੇ ਕੋਲ 2 ਤਰੀਕੇ ਨੇ। ਅਗਰ ਤੁਹਾਨੂੰ ਰੇਡੀਅਸ ਪਤਾ ਨੇ ਦੋਨਾਂ ਦੇ, ਇੱਕ ਵੱਡਾ ਰੇਡੀਅਸ ਇੱਕ ਛੋਟਾ ਰੇਡੀਅਸ, ਤਾਂ ਤੁਸੀਂ ਇਹ ਫਾਰਮੂਲਾ ਯੂਜ਼ ਕਰ ਸਕਦੇ ਹੋ। ਅਗਰ ਦੇਖੋ ਕਈ ਵਾਰੀ ਤੁਹਾਨੂੰ ਦੇ ਦੇਣਗੇ ਸਰਕਮਫਰੈਂਸ, ਠੀਕ ਹੈ ਜੀ, ਸਿੱਧਾ ਸਿੱਧਾ ਰੇਡੀਅਸ ਤਾਂ ਦੇਣ ਹੋ ਰਹੇ, ਸਿੱਧਾ ਸਿੱਧਾ ਰੇਡੀਅਸ ਨਹੀਂ ਦੇਣਗੇ ਕਿਉਂਕਿ ਕੁਐਸਚਨ ਬਹੁਤ ਈਜ਼ੀ ਹੋ ਜਾਏਗਾ। ਉਹਨਾਂ ਨੇ ਘੁਮਾ ਫਿਰਾ ਕੇ ਦੇਣਾ, ਉਹਨਾਂ ਨੇ ਦੇ ਦੇਣੇ ਸਰਕਮਫਰੈਂਸ, ਤਾਂ ਕਿ ਬੱਚਾ ਸਰਕਮਫਰੈਂਸ ਤੋਂ ਪਹਿਲਾਂ ਕੀ ਕੱਢੇ ਬਈ, ਉਹ ਤਾਂ ਚਾਹਣਗੇ ਬੱਚਾ ਸਰਕਮਫਰੈਂਸ ਤੋਂ ਪਹਿਲਾਂ ਕੀ ਕੱਢੇ ਰੇਡੀਅਸ। ਅਗਰ ਰੇਡੀਅਸ ਆਣਗੇ, ਅਗਰ ਦੋਨੋਂ ਰੇਡੀਅਸ ਆਣਗੇ ਫਿਰ ਜਾ ਕੇ ਕੀ ਨਿਕਲੇਗਾ ਏਰੀਆ। ਪਰ ਆਪਾਂ ਕੀ ਕੰਮ ਕਰ ਦੇਣਾ ਹੈ ਸੌਖਾ, ਆਪਾਂ ਸਿੱਧਾ ਸਰਕਮਫਰੈਂਸ ਤੋਂ ਏਰੀਆ ਕੱਢਣ ਦਾ ਫਾਰਮੂਲਾ ਹੀ ਬਣਾਤਾ। ਫਾਰਮੂਲਾ ਹੈਗਾ ਜੀ 1/4 ਪਾਈ। ਦੇਖੋ ਵੱਡਾ ਵੱਡਾ ਸੀ ਸ਼ੋ ਕਰਦਾ ਪਿਆ ਵੱਡੇ ਸਰਕਲ ਦਾ ਸਰਕਮਫਰੈਂਸ, ਛੋਟਾ ਸੀ ਸ਼ੋ ਕਰਦਾ ਪਿਆ ਛੋਟੇ ਸਰਕਲ ਦਾ ਸਰਕਮਫਰੈਂਸ। ਤਾਂ ਇਹ ਫਾਰਮੂਲਾ ਯੂਜ਼ ਕਰੋ ਤੁਸੀਂ 1/4 ਪਾਈ ਸੀ ਸਕੁਅਰ ਮਾਈਨਸ ਸੀ ਸਕੁਅਰ, ਤੁਹਾਨੂੰ ਮਿਲ ਜਾਵੇਗਾ ਸਿੱਧਾ ਸਿੱਧਾ ਏਰੀਆ। ਕਿੰਦਾ ਏਰੀਆ ਜੀ, ਰਿੰਗ ਸ਼ੇਪਡ, ਜਿਹੜੀ ਆ ਤੁਸੀਂ ਰਿੰਗ ਸ਼ੇਪ ਦੇਖ ਰਹੇ ਹੋ ਇਸ ਦਾ ਏਰੀਆ। ਠੀਕ, ਕੁਐਸਚਨ ਦੇਖਨੇ ਆ ਜੀ, ਕੁਐਸਚਨ ਨੰਬਰ 24। ਹਾਂਜੀ ਇੱਕ ਮਿੰਟ, ਕੁਐਸਚਨ ਨੰਬਰ 24 ਚ ਕੀ ਹੈਗਾ ਜੀ, ਕੁਐਸਚਨ ਨੰਬਰ 24 ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ, ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਲੈਣਾ ਰਾਜੇ। ਉਦੋਂ ਮੈਂ ਇਹ ਕੁਐਸਚਨ ਕਰਾਇਆ ਸੀ ਡਾਇਰੈਕਟ ਵੇ ਨਾਲ। ਠੀਕ ਹੈ ਜੀ, ਉਦੋਂ ਮੈਂ ਤੁਹਾਨੂੰ ਲੈ ਕੇ ਗਿਆ ਸੀ ਪਹਿਲਾਂ ਸਰਕਮਫਰੈਂਸ ਤੋਂ, ਮੈਂ ਤੁਹਾਨੂੰ ਪਹਿਲਾਂ ਰੇਡੀਅਸ ਕਢਵਾਏ ਸੀ, ਤੇ ਰੇਡੀਅਸ ਤੋਂ ਬਾਅਦ ਫਿਰ ਆਪਾਂ ਕਿੱਥੇ ਪਹੁੰਚੇ ਸੀ ਏਰੀਆ ਤੇ। ਅੱਜ ਮੈਂ ਇਸ ਦਾ ਡਾਇਰੈਕਟ ਕਰਾਉਣ ਜਾ ਰਿਹਾ ਜੀ, ਡਾਇਰੈਕਟ, ਜਲਦੀ ਤੋਂ ਜਲਦੀ ਆਨਸਰ ਆਏਗਾ। ਠੀਕ,
ਤਾਂ ਕੀ ਟ੍ਰਿਕ ਰਾਜੇ ਸਿੱਖੀ ਆਪਾਂ, ਕੀ ਟ੍ਰਿਕ ਸਿੱਖੀ ਅੱਜ ਵੀ ਏਰੀਆ ਦੀ ਕੀ ਟ੍ਰਿਕ ਹੈਗੀ ਆ ਸਾਡੇ ਕੋਲ 1/4 ਪਾਈ ਵੱਡੇ ਸਰਕਲ ਦਾ ਸਰਕਮਫਰੈਂਸ ਮਾਈਨਸ ਛੋਟੇ ਸਰਕਲ ਦਾ ਸਰਕਮਫਰੈਂਸ। ਹੁਣ ਤੁਹਾਨੂੰ ਵੱਡੇ ਸਰਕਲ ਦਾ ਸਰਕਮਫਰੈਂਸ ਕਿੰਨਾ ਦਿੱਤਾ ਹੋਇਆ ਜੀ, ਆਹ ਦੇਖੋ ਜੀ, ਆਹ ਵਰਡਿੰਗ ਪੜੋ ਜੀ, ਸਰਕਮਫਰੈਂਸ ਦਿੱਤਾ ਹੋਇਆ ਤੇ 132 ਆਪੇ ਹੀ ਵੱਡੇ ਸਰਕਲ ਦਾ ਹੋ ਗਿਆ, 132 ਦਾ ਸਕੁਅਰ। 88 ਰਾਜੇ ਆਪੇ ਹੀ ਛੋਟੇ ਸਰਕਲ ਦਾ ਹੋ ਗਿਆ ਜੀ, 88 ਦਾ ਸਕੁਅਰ। ਹੁਣ ਤੁਸੀਂ 132 ਦਾ ਸਕੁਅਰ ਨਹੀਂ ਕੱਢਣਾ, 88 ਦਾ ਸਕੁਅਰ ਨਹੀਂ ਕੱਢਣਾ, ਮੈਂ ਪਿਛਲੇ ਵੀ ਵੀਡੀਓ 'ਚ ਦੱਸ ਚੁੱਕਿਆ a ਸਕੁਅਰ ਮਾਈਨਸ b ਸਕੁਅਰ ਨੂੰ ਕਿਵੇਂ ਡੀਲ ਕਰਨਾ ਹੈ, a ਮਾਈਨਸ b, a ਪਲਸ b ਨਾਲ, ਠੀਕ। ਤਾਂ 132 ਦਾ ਸਕੁਅਰ ਮਾਈਨਸ 88 ਦਾ ਸਕੁਅਰ ਕੀ ਬਣ ਜਾਏਗਾ, 132 ਪਲਸ 88, ਠੀਕ ਹੈ। ਇਹ ਤੁਹਾਡੇ ਦਿਮਾਗ 'ਚ ਕੈਲਕੂਲੇਟ ਹੋ ਜਾਣਾ ਚਾਹੀਦਾ, ਠੀਕ ਹੈ ਜੀ। ਇਹ ਕਿੰਨਾ ਆ ਜਾਏਗਾ ਜੀ, 8 ਤੇ 2 10, 8 3 11 ਤੇ 1 12 ਤੇ 220, ਠੀਕ ਹੈ ਜੀ। ਘਟਾਓਗੇ ਤਾਂ 12 ਚੋਂ 8 ਗਏ 4, 12 ਚੋਂ 8 ਗਏ 4, ਠੀਕ ਹੈ, 44 ਆ ਰਿਹਾ। ਤਾਂ ਪਾਈ ਦੀ ਵੈਲਿਊ ਵੀ ਦੇਖੋ, ਇੱਥੇ ਕਿਤੇ ਪਾਈ ਹੈ ਨਹੀਂ ਹੈ, ਤਾਂ ਆਨਸਰ ਵਿੱਚ ਪਾਈ ਨਹੀਂ ਹੋਣਾ ਚਾਹੀਦਾ। ਪਾਈ ਨੂੰ ਕਿਵੇਂ ਖਤਮ ਕਰਾਂਗੇ, ਪਾਈ ਦੀ ਵੈਲਿਊ 22/7 ਫਿਲ ਕਰੋ। ਇਸ ਦੀ ਵੈਲਿਊ ਆਪਾਂ ਕੱਢ ਚੁੱਕੇ ਹਾਂ 220 ਗੁਣਾ 44, ਹੈ ਨਾ। ਤਾਂ ਦੇਖੋ ਜੀ, ਜੋ ਕੁਝ ਕੱਟਿਆ ਜਾ ਸਕਦਾ ਕੱਟ ਦੋ ਜੀ। 22 ਨੂੰ 220 ਨਾਲ ਕੱਟੋਗੇ ਜੀ 10 ਆਏਗਾ, 4 ਨੂੰ 44 ਨਾਲ ਕੱਟ ਦੋ ਜੀ 11 ਆਏਗਾ। ਆਹ ਵਾਲਾ ਜਿਹੜਾ 7 ਹੈਗਾ ਨਾ, 7 ਇਹ ਉੱਪਰ ਲੈ ਜਾਓ, ਠੀਕ ਹੈ ਜੀ, ਉੱਪਰ ਚਲਾ ਜਾਏਗਾ। ਆਨਸਰ ਆ ਰਿਹਾ ਤੁਹਾਡੇ ਕੋਲ 77 ਗੁਣਾ 10 770, ਸਿੱਧਾ ਸਿੱਧਾ ਆਨਸਰ ਆ ਜਾਏਗਾ ਜੀ। ਸੀ ਇਹ ਆਨਸਰ ਲਗਾਉਣਾ ਤੁਸੀਂ, ਇਹ ਆਨਸਰ, ਇਹ ਤੁਹਾਡਾ ਆਨਸਰ 770 ਸੈਂਟੀਮੀਟਰ ਸਕੁਅਰ। ਆਈ ਹੋਪ ਤੁਹਾਨੂੰ ਇਹ ਸਮਝ ਆ ਰਿਹਾ ਹੋਵੇਗਾ ਤੇ ਆਪਾਂ ਚੱਲਨੇ ਆ ਜੀ ਅੱਗੇ, ਠੀਕ ਹੈ ਜੀ। ਇੱਥੇ ਵਰਡ ਇੱਕ ਯੂਜ਼ ਕੀਤਾ ਹੈ ਰਾਜੇ ਅਨਗ੍ਰੇਜ਼ਡ, ਅਨਗ੍ਰੇਜ਼ਡ ਦਾ ਕੀ ਮਤਲਬ ਹੈ, ਠੀਕ ਹੈ ਜੀ। ਦੇਖੋ ਇਸ ਦੇ ਵਿੱਚ ਕੀ ਹੈਗਾ, ਮੈਂ ਤੁਹਾਨੂੰ ਇਹ ਦੱਸ ਦੇਣਾ ਕਨਸੈਪਟ ਕੀ ਹੈਗਾ। ਸਪੋਜ਼ ਤੁਹਾਡੇ ਕੋਲ ਇੱਕ ਕੀ ਹੈਗਾ, ਫੀਲਡ ਹੈਗਾ, ਠੀਕ ਹੈ ਜੀ। ਫੀਲਡ ਵਿੱਚ ਰਾਜੇ ਕੀ ਲੱਗੀ ਹੋਈ ਹੈ, ਗ੍ਰਾਸ ਲੱਗੀ ਹੋਈ ਹੈ, ਕੀ ਲੱਗੀ ਹੋਈ ਹੈ ਜੀ, ਇੱਥੇ ਗ੍ਰਾਸ ਲੱਗੀ ਹੋਈ ਹੈ। ਇੱਥੇ ਕੀ ਕੀਤਾ ਜੀ, 4 ਕੋਨਿਆਂ ਤੇ ਬੰਨ ਦਿੱਤੇ ਗਏ ਘੋੜੇ, ਇੱਕ ਇਸ ਕੋਨੇ ਤੇ, ਇਸ ਇੱਥੇ ਮਤਲਬ ਕਿੱਲਾ ਲਾਇਆ, ਇੱਥੇ ਕੀ ਲਾਇਆ ਆਪਾਂ, ਕਿੱਲਾ, ਠੀਕ ਹੈ, ਲੋਹੇ ਵਾਲਾ ਕਿੱਲਾ ਲਾਇਆ। ਉਸ ਕਿੱਲੇ ਨਾਲ ਆਪਾਂ ਬੰਨਤੀ ਰੱਸੀ, ਠੀਕ ਹੈ ਜੀ। ਰੱਸੀ ਇਸ ਤਰ੍ਹਾਂ ਬੰਨੀ ਹੈ ਵੀ ਘੋੜਾ ਅੱਧ ਤੱਕ ਚਲਾ ਜਾਵੇ, ਇੱਥੋਂ ਤੱਕ, ਠੀਕ ਹੈ ਜੀ, ਆ ਅੱਧ ਤੱਕ ਚਲਾ ਗਿਆ। ਤਾਂ ਘੋੜਾ ਰਾਜੇ ਜਦੋਂ ਰੱਸੀ ਬੰਨੀ ਹੋਏਗੀ, ਠੀਕ ਹੈ ਜੀ, ਇੰਨੀ ਲੈਂਥ ਦੀ ਰੱਸੀ ਬੰਨੀ ਹੋਏਗੀ ਤਾਂ ਘੋੜਾ ਘੁੰਮ ਸਕਦਾ ਹੈ ਏਦਾਂ ਗੋਲ ਗੋਲ। ਦੇਖੋ ਇੱਥੇ ਇੱਥੇ ਘੁੰਮਣ ਦਾ ਤਾਂ ਫਾਇਦਾ ਹੀ ਨਹੀਂ ਹੋਣਾ ਨਾ, ਇੱਥੇ ਕਿਹੜਾ ਘਾਹ ਲੱਗੀ ਹੋਈ ਹੈ। ਜਦੋਂ ਘੁੰਮ ਕੇ ਇੱਥੇ ਇੱਥੇ ਆਵੇਗਾ ਨਾ, ਆਹ ਸਾਰੀ ਘਾਹ ਉਹ ਖਾ ਜਾਏਗਾ, ਠੀਕ ਹੈ ਜੀ। ਇਹ ਸਾਰੀ ਘਾਹ ਉਹਨੇ ਕੀ ਕਰਨਾ, ਆਹ ਵਾਲਾ ਉਹਨੇ ਖਾ ਜਾਣਾ, ਠੀਕ ਹੈ। ਤਾਂ ਜਿੱਥੇ ਜਿੱਥੇ ਖਾਵੇਗਾ ਉਹ ਬਣ ਜਾਣਾ ਜਗ੍ਹਾ ਗ੍ਰੇਸਡ, ਗ੍ਰੇਸਡ ਮਤਲਬ ਇੱਥੋਂ ਖਾ ਲਈ ਗਈ ਹੁੰਦੀ, ਠੀਕ ਹੈ। ਇੱਕ ਕੋਨਾ, ਇੱਕ ਘੋੜਾ ਇਸ ਕੋਨੇ ਤੇ ਬੰਨਤਾ ਜੀ, ਇੱਕ ਘੋੜਾ ਇਸ ਕੋਨੇ ਤੇ ਬੰਨਤਾ, ਤੇ ਉਹਦੀ ਰੱਸੀ ਵੀ ਰਾਜੇ ਇਸ ਤਰ੍ਹਾਂ ਬੰਨਣੀ ਹੈ ਵੀ ਇੱਥੋਂ ਅੱਧ ਤੱਕ ਆ ਜਾਵੇ, ਠੀਕ ਹੈ ਜੀ। ਇੱਥੋਂ ਅੱਧ ਤੱਕ ਆਏਗਾ ਤਾਂ ਘੁੰਮ ਕੇ, ਠੀਕ ਹੈ ਜੀ, ਉਹ ਵੀ ਆਹ ਵਾਲੇ ਹਿੱਸੇ ਤੇ ਦੇਖੋ, ਇੱਥੇ ਬਾਰ-ਬਾਰ ਤਾਂ ਕੁਝ ਹੈਗਾ ਹੀ ਨਹੀਂ ਨਾ, ਆਹ ਵਾਲੀ ਜਗ੍ਹਾ ਤੇ ਖਾਣ ਵਾਸਤੇ ਹੈਗਾ, ਤਾਂ ਆਹ ਵਾਲਾ ਜਿਹੜਾ ਹੈਗਾ ਉਹ ਖਾ ਜਾਵੇਗਾ, ਠੀਕ ਹੈ ਜੀ। ਆਹ ਵੀ ਜਗ੍ਹਾ ਖਾ ਜਾਏਗਾ, ਤਾਂ ਜਿੱਥੇ ਜਿੱਥੇ ਖਾ ਸਕਦਾ ਉਹ ਗ੍ਰੇਜ਼ਡ ਏਰੀਆ ਹੋ ਗਿਆ। ਫਿਰ ਇਸ ਘੋੜੇ ਤੇ ਵੀ ਕੋਨਾ, ਠੀਕ ਹੈ ਜੀ, ਇਸ ਕੋਨੇ ਤੇ ਵੀ ਘੋੜਾ ਬੰਨ ਦੋ, ਤੇ ਉਹਦੀ ਰੱਸੀ ਵੀ ਅੱਧ ਤੱਕ ਛੱਡਣੀ ਹੈ, ਇੱਥੋਂ ਅੱਧ ਤੱਕ, ਹਨਾ, ਘੋੜੇ ਦੀ ਰੱਸੀ ਹੋਵੇ। ਤਾਂ ਜਦੋਂ ਉਹਨੇ ਘੁੰਮਣਾ ਸ਼ੁਰੂ ਕੀਤਾ, ਘੁੰਮਣਾ ਸ਼ੁਰੂ ਕੀਤਾ, ਠੀਕ, तो आ वाला हिस्सा खा जाएगा। तो जो आ वाले कोने च बनोगे जी, ठीक है जी, तो इथों अध तक, ठीक है जी, मैं थोड़ा जा गलत बन गया है ना, अध, ठीक है, थोड़ा तो समझ लेना भी अध पूरा, अब पूरी लेंथ कवर करनी है अध अध दी, ठीक है जी, हाफ हाफ ते जाके थोड़ा जा अगे पिछे हो गया जी, है ना। तो ਆਪਾਂ ਨੂੰ ਕਹਿਣਗੇ ਅਨਗ੍ਰੇਜ਼ਡ, ਠੀਕ ਹੈ, ਆ ਵੀ ਕੀ ਹੈਗਾ ਰਾਜੇ, ਗ੍ਰੇਜ਼ਡ ਏਰੀਆ, ਤੇ ਰੱਸੀ ਇਸ ਤਰ੍ਹਾਂ ਬੰਨੀ ਹੈ ਵੀ ਅੱਧ ਤੱਕ ਜਾਵੇ, ਹਨਾ, ਇੱਥੋਂ ਤੱਕ ਘੋੜਾ ਆ ਜਾਵੇ, ਠੀਕ ਹੈ।
ਇਹ ਥੋੜਾ ਤੁਸੀਂ ਸਰਕਲ ਬਰਾਬਰ ਦੇ ਬਣਾ ਲੈਣਾ, ਇਹ ਬਰਾਬਰ ਦੇ ਸਰਕਲ ਬਣਨਗੇ। ਠੀਕ, ਇਹ ਇੱਥੋਂ ਦੀ ਲੰਘੇਗਾ ਸਰਕਲ। ਲੋ ਜੀ, ਇੱਕ ਇੱਥੋਂ ਲੰਘ ਜਾਏਗਾ ਜੀ। ਲੋ ਜੀ, ਠੀਕ ਹੈ। ਤਾਂ ਆ ਜਿੱਥੇ ਜਿੱਥੇ ਘਾਹ ਖਾਧੀ ਗਈ ਰਾਜੇ, ਠੀਕ ਹੈ, ਆ ਜਗ੍ਹਾ ਤੇ ਉਹਨੇ ਖਾ ਲਿਆ, ਤੇ ਆ ਜਿਹੜਾ ਬਚਿਆ ਹੈ ਨਾ, ਆ ਜਿਹੜਾ ਬਚਿਆ ਇਹ ਕੀ ਹੈਗਾ? ਅਨਗ੍ਰੇਜ਼ਡ। ਇਹ ਕੀ ਹੈਗਾ ਜੀ? ਅਨਗ੍ਰੇਜ਼ਡ। ਤਾਂ ਆਹ ਵਾਲੇ ਜਿਹੜਾ ਅਨਗ੍ਰੇਜ਼ਡ ਬਚਿਆ ਹੈ ਨਾ, ਅਨਗ੍ਰੇਜ਼ਡ ਦਾ ਆਪਾਂ ਏਰੀਆ ਇਸ ਫਾਰਮੂਲੇ ਨਾਲ ਕੱਢ ਸਕਦੇ ਹਾਂ। 6/7 ਰੇਡੀਅਸ ਦਾ ਸਕੁਅਰ, ਯਾਦ ਰੱਖਣਾ ਰਾਜੇ, 6/7 ਰੇਡੀਅਸ ਦਾ ਸਕੁਅਰ, ਵੇਅਰ x ਕੀ ਹੈਗਾ ਤੁਹਾਡੇ ਕੋਲ? ਰੇਡੀਅਸ। ਰੇਡੀਅਸ ਮਤਲਬ ਰੇਡੀਅਸ ਕੀ ਹੋ ਗਿਆ? ਇੱਥੇ ਸਰਕਲ ਦਾ ਰੇਡੀਅਸ ਕੀ ਹੋਏਗਾ? ਹਨਾ, ਇੱਥੇ ਸਰਕਲ ਦਾ ਰੇਡੀਅਸ ਕੀ ਹੋਏਗਾ? ਉਹ ਤਾਂ ਬਈ ਰੱਸੀ ਦੀ ਲੰਬਾਈ ਹੀ ਹੋ ਜਾਏਗੀ, ਲੈਂਥ ਆਫ ਰੋਪ। ਠੀਕ ਹੈ ਜੀ, ਜਦੋਂ ਆਪਾਂ ਇੱਥੇ ਕਿੱਲਾ ਲਾਇਆ, ਕਿੱਲੇ ਨਾਲ ਬੰਨਤੀ ਰੱਸੀ, ਹਨਾ, ਤਾਂ ਉਹ ਜਿਹੜਾ ਘੋੜਾ ਹੈਗਾ ਰਾਜੇ, ਉਹ ਮੈਕਸਿਮਮ ਇੱਥੋਂ ਤੱਕ ਜਾ ਸਕਦਾ ਹੈ, ਕਿਉਂਕਿ ਰੱਸੀ ਇੰਨੀ ਲੰਬੀ ਹੈ। ਘੁੰਮ ਵੀ ਸਕਦਾ ਹੈ, ਤਾਂ ਘੁੰਮ ਵੀ ਗਿਆ। ਇੱਥੋਂ ਇੱਥੋਂ ਤੱਕ ਖਾ ਵੀ ਸਕਦਾ ਹੈ, ਇੱਥੋਂ ਤੱਕ ਉਹਨੇ ਖਾ ਵੀ ਲਿਆ। ਤਾਂ ਅਨਗ੍ਰੇਜ਼ਡ ਏਰੀਆ ਇਹ ਵਾਲਾ ਬਚੇਗਾ। ਇਸ ਦਾ ਸਿੱਧਾ ਸਿੱਧਾ ਫਾਰਮੂਲਾ ਤੁਸੀਂ ਯਾਦ ਕਰਨਾ, 6/7 x ਸਕੁਅਰ। ਵਟ ਇਜ਼ x ਹੇਅਰ? ਇਟ ਇਜ਼ ਰੇਡੀਅਸ। ਰੇਡੀਅਸ ਕੀ ਹੋਏਗਾ ਇੱਥੇ? ਰੱਸੀ ਦੀ ਲੰਬਾਈ। ਠੀਕ, ਤਾਂ ਕਰਨੇ ਰਾਜੇ ਕੁਐਸਚਨ ਕਰਨੇ ਆ। ਕੀ ਕਹਿ ਰਿਹਾ ਹੈ? 4 ਘੋੜੇ, ਠੀਕ ਹੈ, ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ, ਕੋਰਨਰਸ ਤੇ 4 ਘੋੜੇ ਬੰਨੇ ਜਾਣਗੇ। ਠੀਕ, ਇਸ ਤਰ੍ਹਾਂ ਬੰਨੇ ਵੀ ਅੱਧ ਤੱਕ ਆਣ, ਹਨਾ। ਤਾਂ ਸਟੇਟਮੈਂਟ ਦੇਖੋ, ਉਹਨੂੰ ਜਸਟੀਫਾਈ ਕਰ ਰਹੀ ਹੈ। ਤਾਂ ਉਹ ਕਹਿ ਰਿਹਾ ਵੀ ਸਕੁਅਰ ਹੈਗਾ 14 ਮੀਟਰ ਦਾ। ਠੀਕ, ਤਾਂ ਆਪਣੇ ਕੋਲ ਆ ਰਾਜੇ 14 ਮੀਟਰ ਦਾ। ਤਾਂ ਦੇਖੋ ਰੱਸੀ ਦੀ ਲੈਂਥ ਅੱਧ ਤੱਕ ਜਾਵੇਗੀ, ਬਿਲਕੁਲ ਜਾ ਰਹੀ ਹੈ। 7 ਮੀਟਰ ਕਹਿਤਾ, ਹਨਾ, ਤਾਂ ਅੱਧ ਤੱਕ ਹੋ ਗਿਆ। ਤਾਂ ਜਿੰਨੀ ਰਾਜੇ ਇੱਥੇ ਦੇਖੋ ਰੇਡੀਅਸ ਦਾ ਕੀ ਫਾਰਮੂਲਾ ਹੈ? ਰੇਡੀਅਸ ਕੀ ਹੋਏਗਾ ਇੱਥੇ? ਜਿੰਨੀ ਰੱਸੀ ਦੀ ਲੰਬਾਈ ਹੋਵੇਗੀ। ਠੀਕ ਹੈ ਜੀ, ਰੱਸੀ ਦੀ ਲੰਬਾਈ ਕਿੰਨੀ ਹੈਗੀ ਜੀ? 7। ਤਾਂ ਕੀ ਕੱਢਣ ਨੂੰ ਕਿਹਾ? ਠੀਕ ਹੈ ਜੀ, ਆ ਮੈਂ ਵਰਡ ਗਲਤ ਲਿਖ ਬੈਠਾ, ਅਨਆਰਗੇਨਾਈਜ਼ਡ। ਇੱਥੇ ਕੀ ਆਣਾ ਰਾਜੇ? ਅਨ, ਠੀਕ ਹੈ, ਇਹ ਗਲਤ ਲਿਖਿਆ ਗਿਆ ਜੀ, ਅਨਗ੍ਰੇਜ਼ਡ। ਅਨਗ੍ਰੇਜ਼ਡ। ਤਾਂ ਏਰੀਆ ਆਫ ਅਨਗ੍ਰੇਜ਼ਡ ਫੀਲਡ ਕੀ ਆਵੇਗਾ ਤੁਹਾਡੇ ਕੋਲ? ਸਿੱਧਾ ਸਿੱਧਾ ਫਾਰਮੂਲਾ ਹੈ ਜੀ 6/7 x ਸਕੁਅਰ। x ਕੀ ਹੈਗਾ ਜੀ ਇੱਥੇ? ਰੱਸੀ ਦੀ ਲੰਬਾਈ। ਰੱਸੀ ਦੀ ਲੰਬਾਈ ਕਿੰਨੀ ਆਈ ਜੀ? 7। ਇੱਕ 7 ਕੱਟਿਆ ਜਾਏਗਾ ਜੀ, 6 into 7 ਕਿੰਨਾ ਬਚੇਗਾ ਜੀ? 42। ਠੀਕ ਹੈ ਜੀ, ਮੀਟਰ ਸਕੁਅਰ। ਕੋਈ ਹੈ ਆਪਸ਼ਨ 42? ਬਿਲਕੁਲ ਹੈ ਜੀ, ਬੀ ਆਪਸ਼ਨ ਤੁਹਾਡਾ ਆਨਸਰ ਹੈ ਜੀ, ਬੀ ਆਪਸ਼ਨ ਤੁਹਾਡਾ ਆਨਸਰ। ਤਾਂ ਇਹ ਮੈਂ ਕੁਐਸਚਨ ਰਾਜੇ ਤੁਹਾਨੂੰ ਇੰਪੋਰਟੈਂਟ ਕੁਐਸਚਨਸ ਵਿੱਚ ਨੇ, ਇਹ ਸਪੈਸ਼ਲ ਕੇਸਿਸ ਨੇ। ਠੀਕ ਹੈ ਜੀ, ਇਹ ਆਪਾਂ ਜੋ ਅੱਜ ਤੋਂ ਆਪਾਂ ਸਪੈਸ਼ਲ ਕੇਸ ਸ਼ੁਰੂ ਕਰਤੇ ਨੇ। ਠੀਕ ਹੈ ਜੀ, ਇੱਕ ਅੱਧੀ ਵੀਡੀਓ ਹੋਰ ਇਹਦੇ ਤੇ ਬਣੇਗੀ। ਤਾਂ ਮੈਂ ਤੁਹਾਨੂੰ ਇੱਕ ਵਾਰ ਫਿਰ ਯਾਦ ਕਰਾ ਦਾਂ, ਆਪਾਂ ਇੱਕ ਲక్ష్ਮੀ ਬਾਈ ਵਾਲਾ ਕਨਸੈਪਟ ਲਗਾਇਆ ਜੀ ਏਰੀਆ ਕੱਢਣ ਵਾਸਤੇ। ਤਾਂ ਫਟਾਫਟ ਦੇਖ ਲਓ ਰਾਜੇ, ਅਕਰੋਸ ਵਾਸਤੇ ਕੀ ਸੀ? L plus B minus P into P। ਠੀਕ ਹੈ, ਏਰੀਆ ਇਨ, ਠੀਕ ਹੈ ਜੀ, ਆਊਟਸਾਈਡ, ਜਦੋਂ ਕਿਲੇ ਦੇ ਬਾਹਰ ਖੜੇ ਨੇ ਤਾਂ L plus B plus 2P into 2P। ਠੀਕ, ਇਨਸਾਈਡ ਵਾਸਤੇ ਕੀ ਹੈਗਾ ਜੀ? ਇਨਸਾਈਡ ਵਾਸਤੇ L plus B, ਜਦੋਂ ਅੰਦਰ ਗਏ ਸੈਨਿਕ ਦੋਨੋਂ ਮਾਰੇ ਗਏ, ਦੋ ਹੀ ਬਾਰ ਸਪੋਰਟ 'ਚ ਵੀ ਖੜੇ ਨੇ। ਠੀਕ ਹੈ, ਇਹ ਕਾਹਦੀਆਂ ਟ੍ਰਿਕਸ ਨੇ? ਇਹ ਏਰੀਆ ਦੀਆਂ ਟ੍ਰਿਕਸ ਨੇ। ਏਰੀਆ ਦੀਆਂ ਟ੍ਰਿਕਸ ਦੱਸਿਆ ਜੀ ਮੈਂ ਤੁਹਾਨੂੰ। ਪੈਰੀਮੀਟਰ ਵੀ ਇਹਨਾਂ ਦੇ ਯਾਦ ਕਰਨੇ ਕੋਈ ਔਖੇ ਨਹੀਂ ਹੈਗੇ, ਮੈਂ ਇੱਕ ਇੱਕ ਕਰਕੇ ਤੁਹਾਨੂੰ ਪੈਰੀਮੀਟਰ ਵੀ ਯਾਦ ਕਰਵਾ ਦੇਣਾ। ਠੀਕ ਹੈ ਜੀ, ਤਾਂ ਦੇਖੋ ਰਾਜੇ ਪੈਰੀਮੀਟਰ 'ਚ ਕੀ ਹੈਗਾ? ਪੈਰੀਮੀਟਰ 'ਚ ਕੀ ਹੈਗਾ? L plus ਹਨਾ, B minus 2P ਤੇ ਬਾਹਰ ਕਿੰਨਾ ਕਾਮਨ ਕੱਢਿਆ ਹੋਇਆ ਹੈ? 2, ਹਨਾ। ਇਹ ਕਿਸ ਦਾ ਹੈਗਾ ਜੀ? ਇਹ ਅਕਰੋਸ ਵਾਲੇ ਕੇਸ, ਅਕਰੋਸ ਵਾਲੇ ਕੇਸ। ਤੇ ਆਊਟਸਾਈਡ ਵਾਲੇ ਕੇਸ 'ਚ ਦੇਖੋ, ਮੈਂ ਤੁਹਾਨੂੰ ਆਊਟਸਾਈਡ ਦਾ ਪੈਰੀਮੀਟਰ ਯਾਦ ਕਰਾ ਦੇਣਾ। ਪੈਰੀਮੀਟਰ ਦੇਖੋ, ਆਊਟਸਾਈਡ ਵਿੱਚ ਕੀ ਹੈਗਾ? ਆਊਟਸਾਈਡ ਵਿੱਚ ਕੀ ਹੈਗਾ ਜੀ? ਲక్ష్ਮੀ ਬਾਈ ਜੀ
ਦੇਖੋ ਆਊਟਸਾਈਡ ਦਾ ਮਤਲਬ ਕੀ ਹੈਗਾ ਵੀ ਬਾਹਰ ਖੜੇ ਨੇ, ਬਾਹਰ ਖੜੇ ਮਤਲਬ ਹਾਲੇ ਸੈਨਿਕ ਜਿੰਦਾ ਹੋਣਗੇ, +2p। ਤੇ ਪੈਰੀਮੀਟਰ ਦਾ ਮਤਲਬ ਕੀ ਹੁੰਦਾ ਰਾਜੇ? ਬੰਨੇ ਬੰਨੇ ਤੁਰਨਾ ਹੈ, ਬੰਨੇ ਬੰਨੇ ਬਾਉਂਡਰੀ ਤੇ ਚੱਲਣਾ ਹੈ। ਠੀਕ ਹੈ ਜੀ, ਜਦੋਂ ਤੁਸੀਂ ਬੰਨੇ ਬੰਨੇ ਤੁਰੋਗੇ ਤਾਂ ਕਿੰਨੀ ਵਾਰੀ ਚੱਲੋਗੇ ਰਾਜੇ? ਕੋਆਰਡੀਨੇਟਰ ਹੈ ਨਾ, ਕੋਆਰਡੀਨੇਟਰ ਵਿੱਚ ਰਾਜੇ 4 ਵਾਰੀ ਚੱਲਣਾ ਪਏਗਾ। ਕਿੰਨੀ ਵਾਰੀ ਚੱਲਣਾ ਪਏਗਾ ਜੀ? 4 ਵਾਰੀ ਚੱਲਣਾ ਪਏਗਾ। ਤਾਂ ਬਾਹਰ 4 ਮਲਟੀਪਲਾਈ ਕਰ ਦੋ, 4 ਵਾਰ 4 ਵਾਰੀ ਤੁਰਨਾ ਪੈਣਾ ਤੇ ਬਾਹਰ 4 ਮਲਟੀਪਲਾਈ ਕਰ ਦੋ। ਠੀਕ, ਆਊਟਸਾਈਡ ਦਾ ਹੋ ਜਾਏਗਾ ਯਾਦ। ਠੀਕ ਹੈ ਜੀ, ਇਨਸਾਈਡ ਦਾ ਵੀ ਯਾਦ ਕਰਾ ਦੇਣਾ ਤੁਹਾਨੂੰ। ਠੀਕ ਹੈ ਜੀ, ਇਨਸਾਈਡ ਵਿੱਚ ਵੀ ਕੀ ਹੈਗਾ? ਇਨਸਾਈਡ ਵਿੱਚ ਵੀ ਅਗਰ ਤੁਸੀਂ ਪੈਰੀਮੀਟਰ ਯਾਦ ਕਰਨਾ ਚਾਹੁੰਦੇ ਹੋ, ਇਨਸਾਈਡ ਵਿੱਚ ਵੀ ਯਾਦ ਕਰਾ ਦਿੰਦੇ ਆ। ਦੇਖੋ ਇਨਸਾਈਡ ਵਰਡ ਸੁਣਦੇ ਨਾ ਤੁਹਾਡੇ ਦਿਮਾਗ 'ਚ ਕੀ ਆਏਗਾ ਜੀ? ਲక్ష్ਮੀ ਬਾਈ ਜੀ ਅੰਦਰ ਆ ਚੁੱਕੇ ਨੇ ਕਿਲੇ ਦੇ, ਤਾਂ ਬਈ ਦੋਨੋਂ ਸੈਨਿਕ ਮਰ ਗਏ। ਠੀਕ, ਪਰ ਪੈਰੀਮੀਟਰ 'ਚ ਕੀ ਹੁੰਦਾ? ਬੰਨੇ ਬੰਨੇ ਤੁਰਨਾ ਹੁੰਦਾ, ਤਾਂ ਬੰਨੇ ਬੰਨੇ ਕਿੰਨੀ ਵਾਰੀ ਤੁਰਨਾ ਪਏਗਾ? 4 ਵਾਰ। ਤਾਂ ਬਾਹਰ ਕਿੰਨਾ ਮਲਟੀਪਲਾਈ ਕਰ ਦੋ? 4 ਕਰ ਦੋ। ਠੀਕ ਹੈ ਜੀ, ਬਾਹਰ ਕਿੰਨਾ ਮਲਟੀਪਲਾਈ ਕਰ ਦੋ? 4 ਕਰ ਦੋ। ਬਾਕੀ ਕੀ ਰਹਿ ਗਿਆ ਜੀ? ਇੱਕ ਅਕਰੋਸ ਦਾ ਰਹਿ ਗਿਆ ਨਾ। ਅਕਰੋਸ ਦਾ ਤੁਸੀਂ ਵੈਸੇ ਹੀ ਯਾਦ ਕਰ ਲਓ। ਅਕਰੋਸ ਦਾ ਆਪਾਂ ਕੀ ਹੈਗਾ ਸੀ ਤੁਹਾਡੇ ਕੋਲ ਫਾਰਮੂਲਾ? l+b -2p, ਤੇ ਬਾਹਰ ਕਿੰਨਾ ਹੈਗਾ ਜੀ? p, ਸੌਰੀ ਬਾਹਰ ਕਿੰਨਾ ਹੈਗਾ? 2। ਆਈ ਥਿੰਕ ਇਹੀ ਸੀ। ਠੀਕ ਹੈ ਜੀ, l+b -2p, ਤੇ ਬਾਹਰ ਵੀ ਕਿੰਨਾ ਹੈਗਾ ਜੀ? 2 ਹੈਗਾ। ਤਾਂ ਇਹ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਦਿਖਾ ਦੇਣਾ। ਠੀਕ ਹੈ ਜੀ, l+b, ਬਸ ਇਹ ਯਾਦ ਕਰ ਲਓ ਰਾਜੇ, ਬਾਕੀ ਤਾਂ ਤੁਹਾਨੂੰ ਮੈਂ ਯਾਦ ਕਰਾ ਹੀ ਦਿੱਤੇ ਨੇ। l+b -2p, ਤੇ ਬਾਹਰ ਵੀ ਕਿੰਨਾ ਹੈਗਾ? 2 ਹੈਗਾ। ਠੀਕ ਹੈ ਜੀ, ਤੇ ਆਈ ਹੋਪ ਤੁਹਾਨੂੰ ਇਹ ਸਮਝ ਆ ਚੁੱਕਿਆ ਹੋਏਗਾ, ਸਾਰਾ ਕਨਸੈਪਟ ਸਮਝ ਆ ਚੁੱਕਿਆ ਹੋਏਗਾ। ਲక్ష్ਮੀ ਬਾਈ ਜੀ ਨੇ ਤੁਹਾਡੀ ਬਹੁਤ ਹੈਲਪ ਕੀਤੀ ਹੈ, ਲక్ష్ਮੀ ਬਾਈ ਜੀ ਨੂੰ ਥੈਂਕ ਯੂ ਕਹਿ ਦੇਣਾ, ਮੇਰੇ ਵੱਲੋਂ ਵੀ ਕਹਿ ਦੇਣਾ, ਆਪਣੇ ਵੱਲੋਂ ਵੀ ਕਹਿ ਦੇਣਾ। ਐਂਡ ਸਾਡੀ ਇੱਕ ਐਪ ਹੈਗੀ ਰਾਜੇ, ਐਪ ਦਾ ਨਾਮ ਹੈਗਾ ਕ੍ਰੀਏਟਰ ਅਕੈਡਮੀ ਆਫ ਮੈਥਮੈਟਿਕਸ। ਠੀਕ ਹੈ ਜੀ, ਇਸ ਐਪ ਨੂੰ ਜ਼ਰੂਰ ਡਾਊਨਲੋਡ ਕਰੋ, ਤੇ ਇਹ ਵੀਡੀਓ ਤੁਹਾਨੂੰ ਉੱਥੇ ਵੀ ਮਿਲੇਗੀ। ਠੀਕ ਹੈ ਜੀ, ਆ ਸਾਡੀ ਐਪ ਰਾਜੇ ਤੁਹਾਨੂੰ ਗੂਗਲ ਪਲੇ ਸਟੋਰ ਤੇ ਮਿਲੇਗੀ। ਐਪ ਦਾ ਨਾਮ ਹੈਗਾ ਕ੍ਰੀਏਟਰ ਅਕੈਡਮੀ ਆਫ ਮੈਥਮੈਟਿਕਸ। ਠੀਕ ਹੈ ਜੀ, ਮੈਂ ਐਪ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗਾ, ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੇ ਅੱਜ ਲਈ ਵਿਦਾਇਗੀ ਚਾਹਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਨੂੰ ਅਗਰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ। ਠੀਕ ਹੈ, ਤੁਸੀਂ ਆਪਣੇ ਸਟੇਟਸ ਲਗਾ ਸਕਦੇ ਹੋ ਤਾਂ ਕਿ ਹੋਰ ਬੱਚਿਆਂ ਤੱਕ ਪਹੁੰਚੇ। ਸ਼ੇਅਰ ਕਰੋ ਜਿੰਨਾ ਹੋ ਸਕਦਾ। ਐਂਡ ਸਤਿ ਸ਼੍ਰੀ ਅਕਾਲ।